ਆਪ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸੋ ਆਓ ਪਹਿਲਾਂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ ਤੇ ਨਾਲ ਹੀ ਫਿਰ ਅਸੀਂ ਅੱਜ ਦਾ ਜਿਹੜਾ ਵਿਸ਼ਾ ਹੈ ਉਸ ਨੂੰ ਸੰਗਤਾਂ ਦੇ ਨਾਲ ਵਾਚਨ ਦਾ ਥੋੜਾ ਜਿਹਾ ਯਤਨ ਕਰਾਂਗੇ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੁਭਾਗ ਭਰਿਆ ਸਮਾਂ ਬਖਸ਼ਿਆ ਹੈ। ਅੱਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਰਹੇ, ਜਿਨ੍ਹਾਂ ਨੂੰ ਸਿੱਖ ਕੌਮ ਵਿੱਚ ਬਹੁਤ ਹੀ ਸਤਿਕਾਰ ਦੇ ਨਾਲ ਮਹਾਰਾਜਾ ਕਿਹਾ ਗਿਆ ਅਤੇ ਉਹਨਾਂ ਨੇ ਆਪਣੀ ਸਮੁੱਚੀ ਜੀਵਨ ਵਿੱਚ ਇੱਕ ਕਤਰਾ, ਇੱਕ ਸਮਾਂ, ਆਪਣੇ ਜੀਵਨ ਦਾ ਇੱਕ ਸਵਾਸ ਗੁਰਪੰਥ ਤੇ ਸਿੱਖੀ ਦੀ ਚੜ੍ਹਦੀ ਕਲਾ ਦੇ ਵਾਸਤੇ ਬਿਤਾਇਆ, ਜਿਨ੍ਹਾਂ ਨੂੰ ਸਿੱਖ ਕੌਮ ਨੇ ਮਾਣ ਦੇ ਨਾਲ ਸ਼ੇਰੇ ਪੰਜਾਬ ਕਿਹਾ। ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ। ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਨੂੰ ਸਦੀਵੀ ਸਮੇਂ ਵਾਸਤੇ ਵਿਛੋੜਾ ਦੇ ਗਏ ਸੀ। ਸੋ ਪਿਆਰਿਓ, ਉਹ ਮਹਾਨ ਜਰਨੈਲ, ਉਹ ਮਹਾਨ ਯੋਧਾ, ਉਹ ਸੂਝਵਾਨ ਬਾਦਸ਼ਾਹ, ਉਹਨਾਂ ਜਿਨ੍ਹਾਂ ਪੰਥ ਦੀ ਇਕੱਤਰਤਾ ਕੀਤੀ ਤੇ ਨਾ ਸਿਰਫ ਇੱਕ ਇਹਦਾ ਅਜਿਹਾ ਰਾਜ ਸਥਾਪਿਤ ਕੀਤਾ ਜਿਹੜਾ ਰਾਜ ਰਹਿੰਦੀਆਂ ਸਦੀਆਂ ਤੱਕ ਧਰਮ ਦਾ ਰਾਜ, ਸਿੱਖੀ ਦਾ ਰਾਜ, ਮਨੁੱਖਤਾ ਦੀ ਭਲਾਈ ਦਾ ਰਾਜ ਕਰਕੇ ਜਾਣਿਆ ਜਾਂਦਾ ਹੈ। ਤੇ ਉਹ ਰਾਜ ਜਿਹਦੀਆਂ ਮਿਸਾਲਾਂ ਆਉਣ ਵਾਲੇ ਸਮੇਂ ਤੱਕ ਦਿੱਤੀਆਂ ਜਾਂਦੀਆਂ ਰਹਿਣਗੀਆਂ, ਉਹ ਰਾਜ ਜਿਹਦੀ ਕੋਈ ਕਲਪਨਾ ਨਹੀਂ ਕਰ ਸਕਦਾ ਕਿ ਇੱਦਾਂ ਦਾ ਰਾਜ ਵੀ ਹੋ ਸਕਦਾ, ਉਹ ਰਾਜ ਨੂੰ ਸਥਾਪਿਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ। ਜੇ ਅਸੀਂ ਇਹਨਾਂ ਦੇ ਪਿਛੋਕੜ ਬਾਰੇ ਥੋੜਾ ਜਿਹਾ ਚਾਨਣਾ ਪਾਈਏ ਤੇ ਇਹਨਾਂ ਦੇ ਜਿਹੜੇ ਦਾਦਾ ਜੀ ਸਨ, ਸਰਦਾਰ ਚੜ੍ਹਤ ਸਿੰਘ, ਜਿਹੜੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆਂ ਮਿਸਲ ਦੇ ਜਥੇਦਾਰ ਸੀ। ਸੋ ਜਦੋਂ ਅਸੀਂ ਪੁਰਾਣੇ ਆਪਣੇ ਸਿੰਘਾਂ ਦੇ ਇਤਿਹਾਸ ਨੂੰ ਵਾਚਦੇ ਹਾਂ ਤੇ ਸਿੰਘਾਂ ਨੂੰ 12 ਮਿਸਲਾਂ 'ਚ ਵੰਡਿਆ ਗਿਆ ਤੇ ਉਹਨਾਂ 12 ਮਿਸਲਾਂ ਵਿੱਚੋਂ ਬਹੁਤ ਸਾਰੀਆਂ ਮਿਸਲਾਂ ਦੇ ਨਾਂ ਸਾਨੂੰ ਚੇਤੇ ਹੋਣਗੇ, ਜਿਨ੍ਹਾਂ ਵਿੱਚ ਸ਼ੁਕਰ ਚੱਕੀਆ ਮਿਸਲ ਹੈ, ਜਿਸ ਵਿੱਚ ਫੁਲਕੀਆ ਮਿਸਲ ਹੈ, ਜਿਸ ਵਿੱਚ ਰਾਮਗੜੀਆ ਮਿਸਲ ਹੈ, ਜਿਹਦੇ ਵਿੱਚ ਆਲੂ ਵਾਲੀਆਂ ਮਿਸਲ ਹੈ, ਜਿਹਦੇ ਵਿੱਚ ਭੰਗੀ ਮਿਸਲ ਹੈ। ਇਸ ਤਰ੍ਹਾਂ 12 ਮਿਸਲਾਂ
ਸਿੱਖ ਪੰਥ ਦੇ ਵਿੱਚ ਬਣਾਈਆਂ ਗਈਆਂ। ਸੋ ਮਿਸਲ ਦਾ ਜਿਹੜਾ ਅਖਰੀ ਅਰਥ ਆ, ਇੱਕ ਫਾਰਸੀ ਦਾ ਪਰਸ਼ੀਅਨ ਵਰਡ ਹੈ ਜਿਹਦਾ ਮਤਲਬ ਹੁੰਦਾ ਫਾਈਲ। ਸੋ ਇਹ ਜਦੋਂ ਅਕਾਲ ਤਖਤ ਸਾਹਿਬ ਤੇ ਇਹ ਜਥੇ ਬਣਾਏ ਗਏ ਤੇ ਇਹਨਾਂ ਦੀ ਵੱਖ-ਵੱਖ ਤਜਵੀਜ਼ ਰੱਖੀ ਗਈ, ਫਾਈਲ ਰੱਖੀ ਗਈ ਤੇ ਉਹਦਾ ਨਾਂ ਸੀ ਮਿਸਲ। ਸੋ ਹੌਲੀ-ਹੌਲੀ ਇਹ ਸ਼ਬਦ ਮਿਸਲ ਵਰਤਿਆ ਗਿਆ। ਹੁਣ ਜਦੋਂ ਅਸੀਂ ਮਿਸਲ ਸ਼ਬਦ ਦੀ ਗੱਲ ਕਰਦੇ ਹਾਂ ਜਾਂ ਮਿਸਲਾਂ ਦੇ ਕੰਮਕਾਜ ਦੀ ਗੱਲ ਕਰਦੇ ਹਾਂ, ਤੇ ਉਹਨਾਂ ਮਿਸਲਾਂ ਦੇ ਵੱਖ-ਵੱਖ ਥਾਵਾਂ ਤੇ ਉਹਨਾਂ ਦੀਆਂ ਸੇਵਾਵਾਂ ਨਿਰਧਾਰਿਤ ਸੀ। ਜਿਵੇਂ ਕਿ ਜਿਹੜੀ ਮਿਸਲ ਸ਼ਹੀਦਾਂ ਹੈ, ਬਾਬਾ ਦੀਪ ਸਿੰਘ ਵਾਲੀ ਮਿਸਲ ਹੈ, ਉਸ ਮਿਸਲ ਦਾ ਕੰਮ ਸ੍ਰੀ ਦਰਬਾਰ ਸਾਹਿਬ ਦੇ, ਸ੍ਰੀ ਤਰਨਤਾਰਨ ਸਾਹਿਬ ਦੇ ਲਾਗੇ ਰਹਿ ਕੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਹੈ। ਏਦਾਂ ਹੀ ਜਿਹੜੀ ਰਾਮਗੜੀਆ ਮਿਸਲ ਹੈ, ਉਹਦੀ ਅੰਮ੍ਰਿਤਸਰ ਸ਼ਹਿਰ ਦੀ ਪ੍ਰੋਟੈਕਸ਼ਨ ਵਾਸਤੇ ਉਹ ਰਾਮਗੜੀਆ ਮਿਸਲ ਕਾਰਜ ਕਰਦੀ ਹੈ। ਏਦਾਂ ਹੀ ਜਿਹੜੀ ਬਾਕੀ ਮਿਸਲਾਂ ਨੇ ਉਹਨਾਂ ਦੇ ਵੱਖ-ਵੱਖ ਥਾਵਾਂ ਤੇ ਉਹਨਾਂ ਦੀਆਂ ਸੇਵਾਵਾਂ ਨਿਰਧਾਰਿਤ ਰਹੀਆਂ, ਜਿਨ੍ਹਾਂ ਨੇ ਉਹ ਕੰਮ ਕੀਤੇ ਤੇ ਕਰਨੇ ਸੀ। ਜਦੋਂ ਸਮਾਂ ਬਣਿਆ ਤੇ ਇੱਕ ਪਾਸੇ ਅਹਿਮਦ ਸ਼ਾਹ ਦੀ ਫੌਜ ਹੈ ਤੇ ਅਹਿਮਦ ਸ਼ਾਹ ਦੇ ਨਾਲ ਟਾਕਰਾ ਲੈਣ ਵਾਸਤੇ ਉਸ ਵੇਲੇ ਦੇ ਬਹਾਦਰ ਯੋਧੇ ਨੇ, ਜਿਨ੍ਹਾਂ ਵਿੱਚ ਭਾਈ ਜੱਸਾ ਸਿੰਘ ਆਹਲੂਵਾਲੀਆ ਨੇ, ਭਾਈ ਜੱਸਾ ਸਿੰਘ ਰਾਮਗੜੀਆ ਨੇ, ਸਰਦਾਰ ਬਘੇਲ ਸਿੰਘ ਨੇ, ਏਦਾਂ ਹੀ ਸਰਦਾਰ ਚੜ੍ਹਤ ਸਿੰਘ ਨੇ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਸੋ ਇਹਨਾਂ ਮਿਸਲਾਂ ਨੇ, ਉਹਦੇ ਵਿੱਚ ਆਹਲੂਵਾਲੀਆ ਮਿਸਲ ਮੂਹਰੇ ਸੀ, ਉਹਦੇ ਵਿੱਚ ਰਾਮਗੜੀਆ ਮਿਸਲ ਮੂਹਰੇ ਸੀ, ਸ਼ਹੀਦਾਂ ਮਿਸਲ ਸੀ, ਤੇ ਨਾਲ ਇਹ ਜਿਹੜੀ ਚੜ੍ਹਤ ਸਿੰਘ ਜੀ ਦੀ ਸ਼ੁਕਰ ਚੱਕੀਆ ਮਿਸਲ ਸੀ, ਜਿਹਦੇ ਚੜ੍ਹਤ ਸਿੰਘ ਜਥੇਦਾਰ ਸੀ। ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਤੇ ਉਸ ਤੋਂ ਪਹਿਲਾਂ ਨਾਦਰ ਸ਼ਾਹ ਨੂੰ, ਇਹਨਾਂ ਨੇ ਬਹੁਤ ਜ਼ਿਆਦਾ, ਜਦੋਂ ਉਹ ਲੁੱਟ ਖੋਹ ਕਰਕੇ ਇਸ ਹਿੰਦੁਸਤਾਨ ਦੀ ਧਰਤੀ ਤੋਂ ਜਾਂਦੇ ਸੀ ਤੇ ਉਹਨਾਂ ਨੇ ਮੁਗਲਾਂ ਨੂੰ ਲੁੱਟ ਲਿਆ। ਨਾਲ ਹੀ ਜਿਹੜੇ ਉਸ ਵੇਲੇ ਦੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਉਹ ਲੈ ਕੇ ਜਾਂਦੇ ਸੀ, ਉਹਨਾਂ ਦੀਆਂ ਇੱਜ਼ਤ ਆਬਰੂਆਂ ਬਚਾਈਆਂ ਤੇ ਬੜਾ ਕੁਝ ਇਹਨਾਂ ਨੇ ਸਿੱਖੀ ਦੇ ਮਾਣ ਮਹੱਤ ਵਾਸਤੇ ਕੀਤਾ। ਉਹ ਸਰਦਾਰ ਚੜ੍ਹਤ ਸਿੰਘ ਜਦੋਂ ਅਹਿਮਦ ਸ਼ਾਹ ਨੂੰ ਵੰਗਾਰਦੇ ਸੀ ਤੇ ਇੱਥੋਂ ਪੰਜਾਬ ਤੋਂ ਲੰਘਣ ਨਹੀਂ ਸੀ ਦਿੰਦੇ, ਤੇ ਉਹਨਾਂ ਦੇ ਪੁੱਤਰ ਸਰਦਾਰ ਮਹਾਂ ਸਿੰਘ ਹੋਏ ਤੇ ਸਰਦਾਰ ਮਹਾਂ ਸਿੰਘ ਦੇ ਘਰ ਇੱਕ ਔਲਾਦ ਪੈਦਾ ਹੋਈ 1799 ਚ, ਤੇ ਉਹ ਮੈਨੂੰ ਮਾਫ ਕਰਿਓ, ਹਾਂਜੀ 1799 ਚ ਨਹੀਂ, ਵਾਹਿਗੁਰੂ ਜੀ, ਇਹ ਤਕਰੀਬਨ 1784 ਦੀ ਗੱਲ ਹੈ, 86 ਦੀ ਗੱਲ ਹੈ। ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਆਉਣਾ ਹੁੰਦਾ ਤੇ ਤਕਰੀਬਨ 1799 ਦੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ, ਜਿਹੜਾ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਤੇ ਉਸ ਤੋਂ ਬਾਅਦ ਹੀ ਸਹਿਜੇ ਸਹਿਜੇ ਇਹ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਬਣ ਜਾਂਦੇ ਨੇ, ਕਿਉਂਕਿ ਬਹਾਦਰੀ ਬੜੀ ਸੀ। ਤੇ ਇਸ ਕਾਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਛੇਤੀ ਘੁੜਸਵਾਰੀ ਤੇ ਨਾਲ ਹੀ ਸ਼ਸਤਰ ਵਿਦਿਆ ਨੂੰ ਵੀ ਸਿੱਖ ਕੇ ਤੇ ਉਹਨਾਂ ਨਾਲ ਜਥੇਦਾਰੀ ਵੀ ਸਥਾਪਿਤ ਕਰ ਦਿੱਤੀ। 1799 ਦੇ ਵਿੱਚ ਲਾਹੌਰ ਦੇ ਵਿੱਚ ਉਸ ਵੇਲੇ ਚੇਤ ਸਿੰਘ ਸਨ, ਜਿਹੜੇ ਭੰਗੀ ਮਿਸਲ ਦੇ ਜਥੇਦਾਰ ਸੀ। ਹੁਣ ਉਸ ਵੇਲੇ ਦੀ ਸਭ ਤੋਂ ਵੱਡੀ ਦੁਬਿਧਾ ਇਹ ਸੀ, ਕਿਉਂਕਿ ਮਿਸਲਾਂ ਆਪਸ ਦੇ ਵਿੱਚ ਲੜਨ ਲੱਗ ਪਈਆਂ ਸੀ, ਕਿਉਂਕਿ ਹੁਣ ਹੋਰ ਤੇ ਕੋਈ ਬਾਹਰੀ ਹਮਲਾਵਰ ਨਹੀਂ ਸੀ ਆ ਰਹੇ, ਤੇ ਇਹਨਾਂ ਮਿਸਲਾਂ ਦੇ ਆਪਸੀ ਮਤਭੇਦ ਕਰਕੇ ਜਾਂ ਕੁਝ ਮਿਸਲ ਦੇ ਜਿਹੜੇ ਜਥੇਦਾਰ ਸੀ ਉਹਨਾਂ ਦਾ ਸਿੱਖੀ ਤੋਂ ਭਟਕ ਜਾਣਾ, ਇਹ ਵੀ ਇੱਕ ਕਾਰਨ ਸੀ ਮਿਸਲਾਂ ਦਾ ਆਪਸ ਦੇ ਵਿੱਚ ਰੌਲੇ ਦਾ। ਤੇ ਉਸ ਵੇਲੇ ਲਾਹੌਰ ਦੀ ਜਿਹੜੇ ਨਵਾਬ ਸੀ, ਜਾਂ ਉਸ ਵੇਲੇ ਲਾਹੌਰ ਜਿਹੜੇ ਸੰਭਾਲ ਰਹੀ ਸੀ, ਉਹ ਚੇਤ ਸਿੰਘ ਭੰਗੀ ਸਨ, ਭੰਗੀ ਮਿਸਲ ਦੇ ਜਥੇਦਾਰ ਸੀ। ਤੇ ਉਦੋਂ ਲਾਹੌਰ ਦੇ ਜਿਹੜੇ ਨਿਵਾਸੀ ਸਨ ਉਹ ਬਹੁਤ ਜ਼ਿਆਦਾ ਤੰਗ ਸੀ, ਤੇ ਉਸ ਵੇਲੇ ਦਾ ਇੱਕ ਬਦਰੁਦੀਨ, ਇੱਕ ਫਕੀਰ ਸੀ, ਬਹੁਤ ਦੀਨ ਇਮਾਨ ਦਾ ਪੱਕਾ ਸੀ, ਬਹੁਤ ਸਿਆਣਾ ਸੀ, ਦਾਨਾ ਸੀ, ਸਿਆਣਾ ਸੀ, ਤੇ ਲੋਕਾਂ ਦੇ ਭਲਾਈ ਦੇ ਕਾਰਜ ਬਹੁਤ ਕਰਦੇ ਸੀ। ਤੇ ਉਹ ਬਦਰੁਦੀਨ ਨਿੱਕੀ ਜਿਹੀ ਗੱਲ ਪਿੱਛੇ ਚੇਤ ਸਿੰਘ ਭੰਗੀ ਨੇ ਉਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ। ਤੇ ਜਿਹੜੇ ਲਾਹੌਰ ਦੇ ਦਾਨੇ ਲੋਕ ਸੀ, ਇਹਨਾਂ ਜਾ ਕਰਕੇ ਉਸ ਵੇਲੇ ਚੇਤ ਸਿੰਘ ਨੂੰ ਕਿਹਾ ਕਿ ਬਈ ਤੁਸੀਂ ਇਹਨਾਂ ਨੂੰ ਛੱਡ ਦਿਓ, ਪਰ ਉਹਨਾਂ ਗੱਲ ਨਹੀਂ ਮੰਨੀ। ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਲਾਹੌਰ ਦੇ ਬਸ਼ਿੰਦਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ, ਕਿਉਂਕਿ ਉਸ ਵੇਲੇ ਇਹ ਦੋ ਮਿਸਲਾਂ ਬਹੁਤ ਜ਼ਿਆਦਾ ਚੜ੍ਹਤ ਤੇ ਸਨ, ਇੱਕ ਆਹਲੂਵਾਲੀਆ ਮਿਸਲ ਤੇ ਇੱਕ ਸ਼ੁਕਰ ਚੱਕੀਆ ਮਿਸਲ। ਤੇ ਉਹਨਾਂ ਨੇ ਜਦੋਂ ਚਿੱਠੀ ਲਿਖੀ ਮਹਾਰਾਜਾ ਰਣਜੀਤ ਸਿੰਘ ਨੇ, ਤੇ ਉਹਨਾਂ ਕਿਹਾ ਵੀ ਤੁਸੀਂ ਜਿਹੜਾ ਇੱਥੇ ਆ ਕੇ ਲਾਹੌਰ ਤੇ ਕਬਜ਼ਾ ਕਰ ਲਓ, ਅਸੀਂ ਤੁਹਾਡੇ ਵਾਸਤੇ ਬੂਹੇ ਖੋਲ ਦਿਆਂਗੇ। ਤੇ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ
ਲਾਹੌਰ ਦੇ ਨੇੜੇ ਆ ਜਾਂਦੇ ਆਪਣੀ ਫੌਜ ਲੈ ਕੇ। ਜਦੋਂ ਫੌਜ ਲੈ ਕੇ ਇੱਥੇ ਆਏ, ਉਦੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਚੇਤ ਸਿੰਘ ਨੂੰ, ਬਈ ਇਹ ਭਰਾ ਮਾਰੂ ਜੰਗ ਅਸੀਂ ਨਾ ਕਰੀਏ, ਕਿ ਸਿੱਖ ਸਿੱਖ ਆਪਸ 'ਚ ਨਾ ਲੜਨ, ਬਈ ਸਾਡੀ ਫੌਜ ਤਗੜੀ ਹੈ ਤੇ ਅਸੀਂ ਤੇ ਜਿੱਤ ਜਾਵਾਂਗੇ, ਜੇ ਤੁਸੀਂ ਸਿਆਣੇ ਦਾਨੀ ਹੋ, ਗੱਲ ਨੂੰ ਸਮਝਦੇ ਹੋ, ਤੇ ਤੁਸੀਂ ਲਾਹੌਰ ਛੱਡ ਜਾਓ। ਤੇ ਏਦਾਂ ਬਿਨਾਂ ਜੰਗ ਜਿੱਤੇ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਲਾਹੌਰ ਦੇ ਵਿੱਚ ਕਬਜ਼ਾ ਕਰ ਲਿਆ ਤੇ ਲਾਹੌਰ ਦੀ ਜਥੇਦਾਰੀ ਸੰਭਾਲ ਲਈ। ਉਸ ਤੋਂ ਬਾਅਦ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਰਬੱਤ ਖਾਲਸਾ ਬੁਲਾਇਆ ਤੇ ਉਦੋਂ ਜਿੰਨੀਆਂ ਵੀ ਮਿਸਲਾਂ ਸੀ ਉਹਨਾਂ ਨੂੰ ਨਿਯੋਤਾ ਦਿੱਤਾ ਤੇ ਉਹਨਾਂ ਮਿਸਲਾਂ ਨੂੰ ਇਕੱਠਿਆਂ ਕੀਤਾ। 1801 ਵਿੱਚ ਲਾਹੌਰ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ। 1801 ਨੂੰ, ਇਹ ਤਕਰੀਬਨ 13 ਅਪ੍ਰੈਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ। ਉੱਥੇ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਸੀ ਜਿਨ੍ਹਾਂ ਨੇ ਅਰਦਾਸ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ। 13 ਅਪ੍ਰੈਲ 1801 ਦੀ ਘਟਨਾ। ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਥਾਪਿਤ ਕੀਤਾ ਤੇ ਹੋਰ ਜਿਹੜੇ ਨੇੜਲੇ ਸੂਬੇ ਸਨ ਜਾਂ ਹੋਰ ਨੇੜਲੇ ਥਾਂ ਸਨ, ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਤਕਰੀਬਨ ਕਸੂਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ। ਮੁਲਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 6 ਹਮਲੇ ਕੀਤੇ। ਪਹਿਲਾ ਹਮਲਾ 1803 ਵਿੱਚ ਕੀਤਾ, ਫਿਰ 1805, 1807, 1810, 1816 ਤੇ 1817। ਤਕਰੀਬਨ 6 ਹਮਲਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਬਜ਼ਾ ਕੀਤਾ, ਕਸੂਰ ਤੇ ਕਬਜ਼ਾ ਕੀਤਾ 1806 ਵਿੱਚ। ਤੇ 2 ਥਾਵਾਂ ਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹੋਰ ਜ਼ਿਆਦਾ ਤਾਕਤਵਰ ਹੋ ਗਏ, ਹੋਰ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਤਾਕਤ ਸੀ, ਉਹਨਾਂ ਦੀ ਜਿਹੜੀ ਆਈਡੈਂਟੀਟੀ ਸੀ, ਉਹ ਵੱਧ ਗਈ। ਇੱਥੋਂ ਤੱਕ ਕਿ ਉਸ ਵੇਲੇ ਜਦੋਂ ਰਾਜ ਦੀ ਅਸੀਂ ਗੱਲ ਕਰਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਨਾ ਜ਼ਿਆਦਾ ਸਥਿਰ ਸੀ ਕਿ ਲੋਕ ਕੰਬਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ। ਜਿਹੜੇ ਪਾਪੀ ਲੋਕ ਸਨ ਉਹ ਪਾਪ ਕਰਨ ਨੂੰ ਡਰਦੇ ਸੀ ਤੇ ਜਿਹੜੇ ਧਰਮੀ ਲੋਕ ਸਨ ਉਹ ਬਿਲਕੁਲ ਸੁਤੰਤਰਤਾ ਨਾਲ ਆਪਣੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿ ਸਕਦੇ। ਇਹਦਾ ਸਾਨੂੰ 2 ਘਟਨਾਵਾਂ ਇਤਿਹਾਸ ਵਿੱਚੋਂ ਮਿਲ ਜਾਂਦੀਆਂ। ਇੱਕ ਵਾਰੀ ਕਿਸੇ ਨੇ ਐਲਾਨ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬੜੀ ਮੰਨੀ ਪ੍ਰਮੰਨੀ ਗਈ ਹੈ, ਪਰ ਮੈਂ ਨਹੀਂ ਮੰਨਦਾ। ਤੇ ਮੈਂ ਕਿਹਾ, ਕਹਿੰਦੇ ਮੈਂ ਦੇਖਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਕਿੰਨਾ ਬਹਾਦਰ। ਤੇ ਉਹਨੇ ਹੱਥ ਦੇ ਉੱਪਰ ਨਿੰਬੂ ਰੱਖਿਆ ਤੇ ਮੈਂ ਕਿਹਾ, ਜੇ ਮਹਾਰਾਜਾ ਰਣਜੀਤ ਸਿੰਘ ਇੰਨਾ ਤਾਕਤਵਰ ਹੈ ਤੇ ਨਿੰਬੂ ਵੱਢ ਕੇ ਵਿਖਾਵੇ। ਤੇ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਆਏ ਤੇ ਉਹਨਾਂ ਘੋੜੇ ਤੇ ਇੱਕੋ ਵਾਰ ਕੀਤਾ ਤੇ ਉਹ ਨਿੰਬੂ ਅੱਧਾ ਕਰ ਦਿੱਤਾ। ਉਹਨਾਂ ਇੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਤਲਵਾਰ ਚਲਾਈ ਕਿ ਉਹ ਨਿੰਬੂ ਉਹਦੇ ਹੱਥ ਤੇ ਪਿਆ ਪਿਆ ਅੱਧਾ ਕਰ ਦਿੱਤਾ। ਇੱਥੋਂ ਤੱਕ ਵੀ ਸਾਨੂੰ ਇਤਿਹਾਸਕ ਤੌਰ ਤੇ ਇਹ ਗੱਲਾਂ ਮਿਲ ਜਾਂਦੀਆਂ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਛੋਟੇ ਸੀ ਤੇ ਉਹਨਾਂ ਨੂੰ ਸਮਾਲ ਪੌਕਸ ਹੋ ਗਈ ਸੀ, ਉਹਨਾਂ ਨੂੰ ਚੇਚਕ ਦਾ ਰੋਗ ਹੋ ਗਿਆ ਤੇ ਉਹਨਾਂ ਦੀ ਜਿਹੜੀ ਇੱਕ ਅੱਖ ਸੀ ਉਹ ਚਲੀ ਗਈ ਤੇ ਉਸ ਕਾਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਦੇਖ ਨਹੀਂ ਸੀ ਸਕਦੇ ਤੇ ਉਹਦੇ ਕਰਕੇ ਵੀ ਬੜਾ ਮਹਾਰਾਜਾ ਰਣਜੀਤ ਸਿੰਘ ਦਾ ਮਖੌਲ ਬਣਾਇਆ ਜਾਂਦਾ ਸੀਗਾ ਉਹਨਾਂ ਦੇ ਆਪਣੇ ਰਾਜ ਵਿੱਚ। ਪਰ ਉਹਨਾਂ ਕਦੇ ਵੀ ਕਿਸੇ ਨੂੰ ਉਸ ਗੱਲ ਪਿੱਛੇ ਦੰਡ ਨਹੀਂ ਦਿੱਤਾ ਕਿ ਅਸੀਂ ਮਹਾਰਾਜਾ ਨੇ ਤੇ ਤੁਸੀਂ ਮਹਾਰਾਜੇ ਦੇ ਸਾਹਮਣੇ ਬੋਲਣ ਦੀ ਤੁਹਾਡੀ ਹਿੰਮਤ ਕਿਵੇਂ ਹੈ। ਸੋ ਇੰਨੀ ਕੁ ਖੁੱਲ੍ਹ ਸੀ, ਜਿਹਨੂੰ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤੇ ਉਹ ਡੈਮੋਕ੍ਰੇਸੀ ਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੀ ਰੱਖੀ ਗਈ, ਜਿੱਥੇ ਲੋਕਾਂ ਨੂੰ ਆਜ਼ਾਦੀ ਸੀ ਆਪਣੀ ਗੱਲ ਕਹਿਣ ਦੀ। ਦੂਜੀ ਘਟਨਾ ਸਾਨੂੰ ਇੱਕ ਹੋਰ ਮਿਲ ਜਾਂਦੀ ਹੈ, ਜਿੱਥੇ ਇੱਕ ਬੀਬੀ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੀ, ਉਹਨੇ ਆਪਣੇ ਬੱਚੇ ਨੂੰ ਸਵਾ ਰਹੀ ਸੀ। ਜਦੋਂ ਸਵਾ ਰਹੀ ਸੀ ਤੇ ਉਹ ਆਪਣੇ ਬੱਚੇ ਨੂੰ ਜਿਵੇਂ ਅਸੀਂ ਲੋਰੀਆਂ ਸੁਣਾਉਂਦੇ ਹਾਂ, ਤੇ ਉਹ ਲੋਰੀ ਸੁਣਾਉਂਦੀ ਪਈ ਸੀ ਆਪਣੇ ਬੱਚੇ ਨੂੰ। ਕਹਿੰਦੀ ਉਹ ਆਪਣੇ ਬੱਚੇ ਨੂੰ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਤੇਰਾ ਨੌਕਰ ਆ। ਫਿਰ ਕਹਿੰਦੀ ਜਦੋਂ ਤੂੰ ਖੇਡਣਾ, ਤੇ ਕਹਿੰਦੀ ਰਾਣੀ ਜਿਹੜੀ ਚੰਦ ਕੌਰ ਹੈ ਨਾ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਨੂੰਹ ਹੈ ਚੰਦ ਕੌਰ, ਕਹਿੰਦੀ ਜੇ ਚੰਦ ਕੌਰ ਆ ਉਹ ਤੇਰੀ ਦਾਈ ਆ, ਕਹਿੰਦੀ ਜਿਹੜੀ ਦਾਤਾਰ ਕੌਰ ਆ ਉਹ ਤੇਰੀ ਖਿਡਾਵੀ ਆ ਨਾ। ਏਦਾਂ ਕਰਕੇ ਉਹਨਾਂ ਨੇ ਇੱਕ ਰਾਈਮ ਬਣਾਈ ਬੱਚੇ ਨੂੰ ਸਿਖਾਉਣ ਵਾਸਤੇ, ਸਮਝਾਉਣ ਵਾਸਤੇ ਕਿ ਦੇਖ ਤੂੰ ਕਿੰਨਾ ਕੁ ਪਾਵਰਫੁਲ ਆ ਕਿ ਮਹਾਰਾਜਾ ਰਣਜੀਤ ਸਿੰਘ ਤੇਰਾ ਨੌਕਰ ਆ। ਹੁਣ ਉੱਥੇ ਇੱਕ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਇੱਕ ਅਹਿਲਕਾਰ ਜਾ ਰਿਹਾ ਸੀ ਤੇ ਉਹਨੇ ਸੁਣਿਆ ਕਿ ਏਦਾਂ
ਬੀਬੀ ਆ ਸਿਖਾਉਂਦੀ ਪਈ ਬੱਚੇ ਨੂੰ, ਤੇ ਉਹਨਾਂ ਜਾ ਕੇ ਬੱਚੇ ਨੂੰ ਤੇ ਬੀਬੀ ਨੂੰ ਫੜ ਲਿਆ ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ। ਤੇ ਉਹਨਾਂ ਕਿਹਾ, ਕਹਿੰਦੀ ਤੂੰ ਦੱਸ ਤੂੰ ਕੀ ਕਹਿੰਦੀ ਪਈ ਸੀ? ਤੇ ਉਹਨੇ ਉਹੀ ਬਚਨ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਨਿਧੜਕ ਹੋ ਕੇ ਗਏ, ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਗੱਲ ਦਾ ਗਿਲਾ ਨਹੀਂ ਮੰਨਿਆ, ਤੇ ਉਹਨਾਂ ਇੱਕੋ ਗੱਲ ਕਹੀ, ਕਹਿੰਦੇ ਹਾਂ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਤੁਹਾਡਾ ਨੌਕਰ ਹੈ। ਇਸ ਧਰਤੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਧਾਰਨ ਕੀਤਾ। ਇੱਥੋਂ ਤੱਕ ਸਾਡੇ ਇਤਿਹਾਸ ਚੋਂ ਸਾਨੂੰ ਜ਼ਿਕਰ ਮਿਲਦਾ, ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਸੀ, ਹੁਕਮਨਾਮਾ ਆਉਂਦਾ ਸੀ ਰੋਜ਼ਾਨਾ, ਮਹਾਰਾਜਾ ਰਣਜੀਤ ਸਿੰਘ ਸਾਰੀ ਦਿਹਾੜੀ ਬਹਿ ਕੇ ਉਸ ਹੁਕਮਨਾਮੇ ਦਾ ਜਾਪ ਕਰਦੇ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖਤ ਸੀ, ਉਸ ਤਖਤ ਤੇ ਬੈਠਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਦੇ ਸੀ, ਉੱਠਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਦੇ ਸੀ। ਕਿਉਂ? ਕਿਉਂਕਿ ਇਹ ਤਖਤ ਕੇਵਲ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ ਸੀ, ਇਹਦੇ ਵਿੱਚ ਮਿਸਲਾਂ ਦੀ ਕੰਟਰੀਬਿਊਸ਼ਨ ਸੀ, ਇਸ ਵਿੱਚ ਉਹਨਾਂ ਸ਼ਹੀਦਾਂ ਦੀ ਕੰਟਰੀਬਿਊਸ਼ਨ ਸੀ, ਇਸ ਵਿੱਚ ਉਹਨਾਂ ਰਿਆਸਤਾਂ ਦੀ ਕੰਟਰੀਬਿਊਸ਼ਨ ਸੀ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਹੰਢਾਇਆ ਤੇ ਆਪਣੇ ਜੀਵਨ ਤੇ ਲਾਗੂ ਕੀਤਾ ਸੀ। ਤੇ ਉਸ ਕਾਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਰਾਜ ਤਖਤ ਤੇ ਬੈਠਾ ਹੈ। ਪਰ ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਬਖੂਬੀ ਜਾਣਦੇ ਸੀ। ਸੋ ਇੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੇ ਇੱਥੋਂ ਤੱਕ ਸਾਨੂੰ ਉਦਾਹਰਣ ਮਿਲ ਜਾਂਦੇ ਕਿ ਜਦੋਂ ਅਹਿਮਦ ਸ਼ਾਹ ਦਾ ਪੁੱਤਰ ਹੈ ਤੈਮੂਰ ਸ਼ਾਹ, ਤੈਮੂਰ ਸ਼ਾਹ ਦਾ ਪੁੱਤਰ ਹੈ ਸ਼ਾਹ ਜਾਮਨ। ਜਿਹੜਾ ਸ਼ਾਹ ਜਾਮਨ ਹੈ, ਜਦੋਂ ਤੈਮੂਰ ਸ਼ਾਹ ਨੂੰ ਅਹਿਮਦ ਸ਼ਾਹ ਲਾ ਕੇ ਜਾਂਦਾ ਤੇ ਤੈਮੂਰ ਸ਼ਾਹ ਵੀ ਬਾਅਦ ਵਿੱਚ ਚਲਿਆ ਜਾਂਦਾ, ਤੇ ਉਹ ਆਪਣੇ ਪੁੱਤਰ ਨੂੰ ਸ਼ਾਹ ਜਾਮਨ ਨੂੰ ਲਾ ਜਾਂਦਾ ਕਿ ਤੂੰ ਕੋਸ਼ਿਸ਼ ਕਰ ਕਿ ਹਿੰਦੁਸਤਾਨ ਦੀ ਧਰਤੀ ਤੇ ਕਬਜ਼ਾ ਹੋ ਜਾਏ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਹੈ, ਉਹਨਾਂ ਦੇ ਪਿਤਾ ਮਹਾ ਸਿੰਘ ਤੇ ਮਹਾ ਸਿੰਘ ਦੇ ਪਿਤਾ ਚੜ੍ਹ ਸਿੰਘ। ਤੇ ਉਸ ਵੇਲੇ ਜਦੋਂ ਇਹ ਜਿਹੜਾ ਸਮਣ ਬੁਰਜ ਹੈ ਲਾਹੌਰ ਵਿੱਚ, ਮਹਾਰਾਜਾ ਰਣਜੀਤ ਸਿੰਘ ਉੱਥੇ ਜਾਂਦੇ ਤੇ ਉੱਥੇ ਸ਼ਾਹ ਜਾਮਨ ਹੈ, ਤੇ ਮਹਾਰਾਜਾ ਰਣਜੀਤ ਸਿੰਘ ਜਾ ਕੇ ਉਹਨੂੰ ਵੰਗਾਰ ਕੇ ਕਹਿੰਦੇ ਆ ਇਹ ਗੱਲ, ਕਹਿੰਦੇ ਅਹਿਮਦ ਸ਼ਾਹ ਦੇ ਪੋਤਰੇ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ ਨਾ, ਕਿ ਕਦੇ ਸਮਾਂ ਸੀ ਕਿ ਮੇਰੇ ਦਾਦਾ ਤੇਰੇ ਦਾਦੇ ਨਾਲ ਲੜਦੇ ਰਹੇ, ਕਹਿੰਦੇ ਅੱਜ ਮੈਂ ਉਹਨਾਂ ਦਾ ਪੋਤਾ ਹੋ ਕੇ ਤੈਨੂੰ ਵੰਗਾਰਦਾ, ਜੇ ਤੇਰੇ ਚ ਜਾਮਿਆ ਤੇ ਤੂੰ ਮੇਰੇ ਨਾਲ ਆ ਕੇ ਇੱਥੇ ਜੰਗ ਲੜ। ਇੰਨੀ ਬਹਾਦਰੀ ਆ ਮਹਾਰਾਜਾ ਰਣਜੀਤ ਸਿੰਘ ਦੇ ਲਹੂ ਦੇ ਵਿੱਚ। ਸੋ 1804 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਆਰੰਭ ਕਰਾਈ। ਜਦੋਂ ਬਾਦਸ਼ਾਹ ਬਣ ਗਏ, ਮਹਾਰਾਜਾ ਬਣ ਗਏ, 1805 ਵਿੱਚ ਇੱਕ ਜਸਵੰਤ ਰਾਓ, ਇਹ ਇੰਦੌਰ ਦਾ ਰਾਜਾ ਸੀ ਉਸ ਵੇਲੇ ਦਾ, ਤੇ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ, ਜਿਹੜੀ ਘਟਨਾ ਸਾਨੂੰ ਮਿਲਦੀ ਹੈ, ਤੇ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਜਦੋਂ ਆਉਂਦਾ ਹੈ ਤੇ ਕੱਲ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਬਈ ਮੈਨੂੰ ਅੰਗਰੇਜ਼ ਬਹੁਤ ਤੰਗ ਕਰਦੇ। ਦੇਖੋ, ਜਦੋਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੀ ਧਰਤੀ ਤੇ ਆਉਂਦੀ ਆ ਟ੍ਰੇਡ ਕਰਨ ਵਾਸਤੇ, ਤੇ 1604 ਵਿੱਚ ਆਉਂਦੀ। 1604 ਤੋਂ ਤਕਰੀਬਨ 200 ਸਾਲ ਉਹ ਹਿੰਦੁਸਤਾਨ ਦੀ ਧਰਤੀ ਤੇ ਰਾਜ ਕਰਦੀ। 1604 ਤੋਂ ਲੈ ਕਰਕੇ ਪਰ ਜਿਹੜਾ ਪੰਜਾਬ ਦੀ ਧਰਤੀ ਤੇ ਉਹ 1850 ਤੋਂ ਬਾਅਦ ਹੀ ਆ ਸਕੇ। ਤੇ ਤਕਰੀਬਨ ਇਸ ਚੀਜ਼ ਨੂੰ ਸਾਨੂੰ ਸਮਝਣਾ ਪਏਗਾ, ਕਿਉਂਕਿ ਉਸ ਵੇਲੇ ਦੋ ਹੀ ਤਾਕਤਾਂ ਪ੍ਰਮੁੱਖ ਸਨ। ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੂੰ ਜਾਂ ਤੇ ਅੰਗਰੇਜ਼ਾਂ ਨੇ ਮਾਰ ਦਿੱਤਾ ਤੇ ਜਾਂ ਉਹਨਾਂ ਨਾਲ ਸੰਧੀਆਂ ਕਰ ਲਈਆਂ, ਤੇ ਅੰਗਰੇਜ਼ ਜਿਹੜੇ ਆ ਉਹ ਸਭ ਤੋਂ ਵੱਡੀ ਹਕੂਮਤ ਬਣ ਗਏ। ਪਰ ਉਸ ਵੇਲੇ ਜੇ ਕੋਈ ਅੰਗਰੇਜ਼ਾਂ ਦੀ ਤਾਕਤ ਨੂੰ ਕੰਟਰੋਲ ਕਰ ਸਕਦਾ ਸੀ, ਉਹ ਕੇਵਲ ਔਰ ਕੇਵਲ ਮਹਾਰਾਜਾ ਰਣਜੀਤ ਸਿੰਘ ਸੀ। ਇਸ ਕਰਕੇ ਜਿੰਨੇ ਹਿੰਦੂ ਰਾਜੇ ਸੀ, ਜੇ ਉਹ ਸ਼ਰਨ ਵਿੱਚ ਆਉਣਾ ਚਾਹੁੰਦੇ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਹੀ ਆਉਂਦੇ ਸੀ। ਉਸ ਵੇਲੇ ਜਸਵੰਤ ਰਾਓ ਇੰਦੌਰ ਦਾ ਰਾਜਾ ਹੈ, ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ। ਇਹ ਤਕਰੀਬਨ 1805 ਦੀ ਘਟਨਾ। ਤੇ ਉੱਥੇ ਆ ਕੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਗੱਲ ਕਹਿੰਦਾ ਵੀ ਮੈਨੂੰ ਅੰਗਰੇਜ਼ ਤੰਗ ਕਰਦੇ ਆ ਤੇ ਉਹ ਮੈਨੂੰ ਮੇਰੀ ਰਿਆਸਤ ਤੇ ਕਬਜ਼ਾ ਕਰਨਾ ਚਾਹੁੰਦੇ ਆ, ਤੇ ਤੁਸੀਂ ਇੱਕ ਕੰਮ ਕਰੋ ਬਈ ਮੇਰਾ ਨਿਬੇੜਾ ਕਰਾਓ, ਮੇਰੇ ਨਾਲ ਜੰਗ ਤੇ ਚੱਲੋ। ਤੇ ਉਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਇੱਕ ਸਰਬੱਤ ਖਾਲਸਾ ਬੁਲਾਉਂਦੇ। ਸੋ ਸਰਬੱਤ ਖਾਲਸਾ ਕੀ ਹੈ? ਸਰਬੱਤ ਖਾਲਸਾ ਇਜ਼ ਅ ਕੰਗਰੀਗੇਸ਼ਨ ਆਫ ਸਿੱਖਸ, ਜਿੱਥੇ ਸਾਰੀ ਸਿੱਖ ਪੰਥ ਨੂੰ ਨਿਯੋਤਾ ਦਿੱਤਾ ਜਾਂਦਾ ਤੇ ਉਹਦੀ ਇੱਕ ਪ੍ਰਕਿਰਿਆ ਹੈ। ਉੱਥੇ ਮਤੇ ਪਾਏ ਜਾਂਦੇ ਨੇ ਤੇ ਉਹਨਾਂ ਮਤਿਆਂ ਤੇ ਬਹਿਸ ਹੁੰਦੀ ਹੈ, ਡਿਸਕਸ਼ਨ ਹੁੰਦੀ ਹੈ, ਤੇ ਉਸ ਤੋਂ ਬਾਅਦ ਉਹਨਾਂ ਮਤਿਆਂ ਨੂੰ ਪ੍ਰਵਾਨ ਕੀਤਾ ਜਾਂਦਾ ਜਾਂ ਖਾਰਜ ਕੀਤਾ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੇ ਕਿ ਮਤਾ ਪਾਇਆ ਸਰਬੱਤ ਖਾਲਸੇ ਦੇ ਅੱਗੇ
ਕਿ ਇੱਦਾਂ ਜਸਵੰਤ ਰਾਓ ਹੋਲਕਰ ਇਹ ਸਾਡੇ ਕੋਲ ਖਾਲਸੇ ਦੀ ਸ਼ਰਨ ਵਿੱਚ ਆਏ ਆ ਤੇ ਅਸੀਂ ਇਹਨਾਂ ਦੇ ਬਾਬਤ ਕੁਝ ਕਰੀਏ, ਇਹਨਾਂ ਦੀ ਮਦਦ ਕਰੀਏ। ਤੇ ਉਸ ਵੇਲੇ ਖਾਲਸੇ ਨੇ ਇਹ ਵਿਚਾਰ ਕੀਤਾ ਕਿ ਉਹਨਾਂ ਕਿਹਾ ਵੀ ਨਹੀਂ, ਇਹ ਸਾਡਾ ਮਸਲਾ ਨਹੀਂ ਤੇ ਅਸੀਂ ਇਹਦੇ ਵਿੱਚ ਨਹੀਂ ਪੈਣਾ। ਤੇ ਇਹ ਗੱਲ ਕਰਕੇ ਉਹਨਾਂ ਨੇ ਆਪਣਾ ਮਤਾ ਪਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਹੁਣ ਇਹ ਗੱਲ ਜਾਣਦੇ ਸੀ ਕਿ ਹੁਣ ਮੈਂ ਖਾਲਸੇ ਤੋਂ ਬਾਹਰ ਨਹੀਂ ਜਾ ਸਕਦਾ। ਜੋ ਸਰਬੱਤ ਖਾਲਸੇ ਨੇ ਐਲਾਨ ਕਰ ਦਿੱਤਾ, ਮੈਂ ਜੰਗ ਵਿੱਚ ਨਹੀਂ ਜਾ ਸਕਦਾ। ਪਰ ਉਹਨਾਂ ਦੀ ਜਿਹੜੀ ਨੀਤੀ ਆ, ਯੁੱਧ ਨੀਤੀ ਹੁੰਦੀ, ਇੱਕ ਰਾਜਨੀਤੀ ਹੁੰਦੀ, ਜਿਹਨੂੰ ਅਸੀਂ ਡਿਪਲੋਮੇਸੀ ਕਹਿੰਦੇ ਆ ਨਾ, ਰਾਜਸੀ ਨੀਤੀ। ਜਦੋਂ ਅਸੀਂ ਡਿਪਲੋਮੇਸੀ ਦੀ ਗੱਲ ਕਰਦੇ, ਮਹਾਰਾਜਾ ਰਣਜੀਤ ਸਿੰਘ ਇੰਨੀ ਜ਼ਿਆਦਾ ਬੁੱਧੀਮਾਨ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਜਸਵੰਤ ਰਾਓ ਹੋਲਕਰ ਦੀ ਕਿਸੇ ਤਰੀਕੇ ਵਿੱਚ ਪੈ ਕਰਕੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰਾ ਦਿੱਤੀ ਕਿ ਉਹਨਾਂ ਦੀ ਸੰਧੀ ਹੋ ਗਈ, ਉਹਨਾਂ ਨੂੰ ਰਾਜ ਵਾਪਸ ਦਿਵਾ ਦਿੱਤਾ ਤੇ ਉਹ ਆਪਣੇ ਰਾਜ ਵਿੱਚ ਖੁਸ਼ ਹੋ ਗਏ। ਤੇ ਇੱਥੇ ਇੱਕ ਸਮਰੱਥਾ ਮਹਾਰਾਜਾ ਰਣਜੀਤ ਸਿੰਘ ਵਿੱਚ ਸੀ ਡਿਪਲੋਮੇਸੀ ਦੀ। 1809 ਵਿੱਚ ਜਿਹੜੀ ਸਭ ਤੋਂ ਵੱਡੀ ਘਟਨਾ ਸਾਨੂੰ ਸਾਹਮਣੇ ਆਉਂਦੀ ਆ, ਜਿਹਦੇ ਬਾਰੇ ਸਾਨੂੰ ਪੜ੍ਹਨਾ ਚਾਹੀਦਾ, ਉਹ ਹੈ 1809 ਦੀ ਸੰਧੀ। ਸੋ 1809 ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਬਈ ਹੁਣ ਜਿਹੜੀ ਤਾਕਤ ਹੈ ਉਹ ਤੁਹਾਡੀ ਵੀ ਹੈ ਤੇ ਸਾਡੀ ਵੀ ਹੈ। ਬਈ ਕਿੰਨਾ ਚੰਗਾ ਹੋਵੇ ਕਿ ਅਸੀਂ ਸੰਧੀ ਕਰ ਲਈਏ ਕਿ ਤੁਸੀਂ ਆਪਣੇ ਰਾਜ ਵਿੱਚ ਖੁਸ਼ ਰਹੋ, ਅਸੀਂ ਆਪਣੇ ਰਾਜ ਵਿੱਚ ਖੁਸ਼ ਰਹੀਏ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਤੇ ਸਾਨੂੰ ਕੁਛ ਨਾ ਕਹੋ। ਤੇ 1809 ਵਿੱਚ ਅਸੀਂ ਜੇ ਜਾਈਏ ਰੋਪੜ ਦੇ ਕੋਲ, ਤੇ ਉੱਥੇ ਇਹ ਜਿਹੜਾ ਸੰਧੀ ਹੋਈ ਸੀ, ਤਕਰੀਬਨ ਜਿਹੜਾ ਅੰਮ੍ਰਿਤਸਰ, ਦੂਜੇ ਪਾਸੇ ਜਲੰਧਰ ਵਾਲਾ ਏਰੀਆ, ਇਹ ਸਾਰਾ ਮਹਾਰਾਜਾ ਰਣਜੀਤ ਸਿੰਘ ਕੋਲ ਰਹੇਗਾ। ਤੇ ਜਿਹੜਾ ਦੂਜੇ ਪਾਸੇ ਦਾ ਏਰੀਆ ਹੈਗਾ, ਜਿਹਨੂੰ ਅਸੀਂ ਰੋਪੜ ਜਾਂ ਦੂਜੇ ਪਾਸੇ ਵਾਲਾ ਜਿਹੜਾ ਏਰੀਆ, ਇਹ ਅੰਗਰੇਜ਼ਾਂ ਕੋਲ ਰਹੇਗਾ। ਸੋ ਉਹਨਾਂ ਨੇ ਦੋ ਸੰਧੀ ਕੀਤੀ, ਤਿੰਨ ਚੀਜ਼ਾਂ ਸ਼ਰਤਾਂ ਰੱਖੀਆਂ। ਪਹਿਲੀ ਕਿ ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ, ਤੁਸੀਂ ਸਾਡੇ ਤੇ ਹਮਲਾ ਨਹੀਂ ਕਰਨਾ। ਦੂਜੀ ਉਹਨਾਂ ਨੇ ਕਿਹਾ ਬਈ ਤੁਸੀਂ ਸਾਡਾ ਬੰਦਾ ਇੱਕ ਤੁਹਾਡੇ ਦਰਬਾਰ ਵਿੱਚ ਰਹੇਗਾ ਤੇ ਇੱਕ ਤੁਹਾਡਾ ਬੰਦਾ ਸਾਡੇ ਦਰਬਾਰ ਵਿੱਚ ਰਹੇਗਾ, ਤਾਂ ਕਿ ਇਸ ਜਿਹੜੀ ਸੰਧੀ ਹੈ ਇਹਨੂੰ ਯਕੀਨੀ ਬਣਾਇਆ ਜਾਵੇ, ਭਰੋਸੇ ਨੂੰ ਯਕੀਨੀ ਬਣਾਇਆ ਜਾਵੇ। ਤੇ ਤੀਸਰਾ ਉਹਨਾਂ ਕਿਹਾ ਬਈ ਅਸੀਂ ਜਿਹੜਾ ਕਦੇ ਵੀ ਕੋਈ ਵੀ ਗੱਲਬਾਤ ਹੋਵੇਗੀ ਉਹਨੂੰ ਬੈਠ ਕੇ ਨਜਿੱਠਿਆ ਜਾਵੇਗਾ। ਤੇ ਇਹ ਤਿੰਨ ਚੀਜ਼ਾਂ ਸੰਧੀ ਦੇ ਵਿੱਚ ਪਾਈਆਂ ਗਈਆਂ। 1809 ਵਿੱਚ ਸੰਧੀ ਹੋਈ। ਉਸ ਤੋਂ ਬਾਅਦ ਜਿਹੜਾ 1814 ਵਿੱਚ ਮਹਾਰਾਜਾ ਰਣਜੀਤ ਸਿੰਘ ਕੋਲ ਕੋਹਿਨੂਰ ਹੀਰਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਕੋਲ ਜਿਹੜਾ ਸੀ ਬਾਅਦ ਵਿੱਚ, ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਡੋਲੇ ਤੇ ਮਹਾਰਾਜਾ ਰਣਜੀਤ ਸਿੰਘ ਉਸ ਕੋਹਿਨੂਰ ਹੀਰੇ ਨੂੰ ਪਾਉਂਦੇ ਆ। ਇਹ ਵੀ ਸਾਨੂੰ ਬਾਅਦ ਵਿੱਚ ਉਦਾਹਰਨ ਮਿਲ ਜਾਂਦੇ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਅੰਤਲੇ ਸਮੇਂ ਵਿੱਚ ਆਏ ਤੇ ਉਹ ਚਾਹੁੰਦੇ ਸੀ ਕਿ ਉਹ ਜਿਹੜਾ ਹੀਰਾ ਆ ਉਹ ਸ੍ਰੀ ਦਰਬਾਰ ਸਾਹਿਬ ਭੇਟ ਕਰ ਦੇਣ, ਪਰ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜਾ ਕਾਰਜ ਨਾ ਹੋ ਸਕਿਆ। ਤੇ ਅਸੀਂ ਜਿੰਨੀਆਂ ਵੀ ਉਦਾਹਰਨਾਂ ਇਤਿਹਾਸ ਤੋਂ ਲੈ ਲਏ ਤੇ ਸਾਨੂੰ ਉਹ ਉਦਾਹਰਨਾਂ ਦੀਆਂ ਰੈਫਰੈਂਸਿਸ ਕਿਤੋਂ ਹੋਰੋਂ ਨਹੀਂ ਮਿਲਦੀਆਂ ਜੋ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀਆਂ। ਏਦਾਂ ਹੀ ਇੱਕ ਵਾਰੀ ਕੰਵਰ ਨੌਨਿਹਾਲ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੇ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਖੜਗ ਸਿੰਘ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ। ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਤੇ, ਵਿਆਹ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦਰਬਾਰ ਦੇ ਵਿੱਚੋਂ ਉਹਨਾਂ ਸਹਿਰਾ ਭੇਟ ਕੀਤਾ ਮਹਾਰਾਜਾ ਰਣਜੀਤ ਸਿੰਘ, ਤੇ ਬੜਾ ਕੀਮਤੀ ਸਹਿਰਾ ਸੀ। ਉਸ ਵੇਲੇ ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਇਆ, ਇੱਕ ਚੰਦਨ ਦੀ ਚਾਨਣੀ ਲੈ ਕੇ ਆਇਆ। ਸੰਗਤ ਜੀ, ਅਸੀਂ ਕਨੈਕਟਡ ਰਹੀਏ ਜੀ। ਮੇਰਾ ਖਿਆਲ ਵੀਰ ਜੀ ਦੇ ਉੱਥੇ ਆ ਤੇ ਲਾਈਟ ਆਫ ਹੋ ਗਈ ਹੈ ਜਾਂ ਪਾਵਰ ਚਲੀ ਗਈ ਹੈ। ਆਪਾਂ 2 ਮਿੰਟ ਵੇਟ ਕਰਦੇ ਹਾਂ ਜੀ।
ਵੀਰ ਜੀ से एग्जिट हो गए हैं जी, ਹੁਣ ਰੀਜੁਆਇਨ ਕਰਦੇ हैं, मैं दोबारा ਉਹਨਾਂ ਦੇ ਵੱਲ ਫੋਕਸ ਕਰਦਾ। ਵਾਹਿਗੁਰੂ ਜੀ। ਹਾਂਜੀ, ਮਾਫੀ ਚਾਹੁੰਦੇ ਹਾਂ। ਤੇ ਅਸੀਂ ਗੱਲ ਕਰ ਰਹੇ ਸੀ ਕਿ ਤਕਰੀਬਨ 1814 ਵਿੱਚ ਦੀ ਘਟਨਾ ਜਿਹੜੀ ਮੈਂ ਕੋਹੀਨੂਰ ਹੀਰੇ ਦੀ ਆਪ ਜੀ ਨਾਲ ਸਾਂਝੀ ਕੀਤੀ। ਉਸ ਤੋਂ ਬਾਅਦ ਹੀ ਅਸੀਂ ਇੱਕ ਉਦਾਹਰਨ ਲੈ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਪੋਤਰੇ ਦਾ ਵਿਆਹ ਸੀ ਤੇ ਉਹ ਜਿਹੜਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ 'ਚ ਇੰਨੀ ਕੁ ਦ੍ਰਿੜਤਾ ਸੀ ਕਿ ਇਹ ਸਿਹਰਾ ਜਿਹੜਾ ਇਹ ਕੰਵਰ ਨਿਹਾਲ ਸਿੰਘ ਤੇ ਸੋਭਦਾ ਨਹੀਂ, ਇਹ ਗੁਰੂ ਰਾਮਦਾਸ ਜੀ ਦੇ ਦਰ ਤੇ ਸੋਭਦਾ ਹੈ। ਤੇ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਜਲੌ ਲੱਗਦਾ ਸ੍ਰੀ ਦਰਬਾਰ ਸਾਹਿਬ ਵਿੱਚ ਤੇ ਉਹ ਜਿਹੜਾ ਸਿਹਰਾ ਲੱਗਿਆ ਹੁੰਦਾ ਜਲੌ ਵਿੱਚ ਸਾਹਮਣੇ, ਉਹ ਕੰਵਰ ਨਿਹਾਲ ਸਿੰਘ ਦੇ ਵਿਆਹ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਾ ਕੀਤਾ ਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਸ੍ਰੀ ਦਰਬਾਰ ਸਾਹਿਬ ਭੇਜਿਆ। ਜਿਹੜੀ ਚੰਦਨ ਦੀ ਚਾਨਣੀ ਸੀ ਉਹ ਵੀ ਹੈਦਰਾਬਾਦ ਦੇ ਨਿਜ਼ਾਮ ਨੇ ਭੇਟ ਕੀਤੀ ਸੀ। ਚੰਦਨ ਦੀ ਚੌਰ ਸੀ ਉਹ ਵੀ ਹੈਦਰਾਬਾਦ ਦੇ ਨਿਜ਼ਾਮ ਨੇ ਭੇਟ ਕੀਤੀ ਸੀ। ਉਹ ਸ੍ਰੀ ਦਰਬਾਰ ਸਾਹਿਬ ਵਿੱਚ ਸੀ ਜਿਹੜੇ 84 ਵੇਲੇ ਉਹ ਅਗਨ ਭੇਟ ਹੋ ਗਏ। ਤੇ ਏਦਾਂ ਹੀ ਜਿਹੜਾ ਕੋਹੀਨੂਰ ਹੀਰਾ ਵੀ ਸੀ ਉਹ ਵੀ ਸਾਨੂੰ ਉਦਾਹਰਨਾਂ ਮਿਲ ਜਾਂਦੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਭਾਵਨਾ ਇੰਨੀ ਸੀ ਕਿ ਉਹ ਚਾਹੁੰਦੇ ਸੀ ਕਿ ਸ੍ਰੀ ਦਰਬਾਰ ਸਾਹਿਬ ਭੇਟ ਕੀਤਾ ਜਾਵੇ, ਪਰ ਕਿਉਂਕਿ ਧਿਆਨ ਸਿੰਘ ਡੋਗਰਾ ਜਿਹੜਾ ਗਦਾਰ ਸੀ ਉਹਨੇ ਉਹ ਚੀਜ਼ ਕਰਨ ਨਹੀਂ ਸੀ ਦਿੱਤੀ। ਖੈਰ, ਜਿਹੜੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਨੀ ਤਕਰੀਬਨ 1818 ਦੀ ਹੈ। ਸੋ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਤਕਰੀਬਨ ਆਮ ਹੀ ਬਸੰਤ ਪੰਚਮੀ ਤੇ ਸਮਾਗਮ ਰਖਾਇਆ ਕਰਦੇ ਸੀ, ਉੱਥੇ ਕੀਰਤਨ ਦਰਬਾਰ ਰਖਾਇਆ ਕਰਦੇ ਸੀ ਤੇ ਉਦੋਂ ਸ਼ਸਤਰ ਵਿਦਿਆ ਦੇ ਬਿਹਤਰੀਨ ਜੋਹਰ ਦਿਖਾਉਂਦੇ ਸੀ ਨੌਜਵਾਨ। ਉੱਥੇ ਇੱਕ ਅਲੜ ਉਮਰ ਦਾ ਨੌਜਵਾਨ ਆਉਂਦਾ ਹੈ ਤੇ ਉਹਦਾ ਨਾਂ ਸੀ ਹਰੀ ਸਿੰਘ। ਤੇ ਉਹ ਜਦੋਂ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਕੋਲ, ਬੜੇ ਤੇਗ ਦੇ ਜੋਹਰ ਉਹਨਾਂ ਦਿਖਾਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਗਲ ਦਾ ਕੈਂਠਾ ਲਾ ਕੇ ਉਸ ਹਰੀ ਸਿੰਘ ਦੇ ਗਲ 'ਚ ਪਾਇਆ ਤੇ ਜਦੋਂ ਗਲ 'ਚ ਪਾਇਆ ਤੇ ਉਹਨੂੰ ਕਿਹਾ ਕਿ ਤੈਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੇਰੇ ਵਰਗੇ ਬਹਾਦਰ ਯੋਧੇ ਸਾਡੀ ਫੌਜ ਖਾਲਸਾ ਫੌਜ 'ਚ ਸੋਭਦੇ ਆ। ਹਰੀ ਸਿੰਘ ਜਿਹੜਾ ਸੀ, ਪੁਰਾਣੇ ਹਰੀ ਸਿੰਘ ਨਲੂਏ ਦੀ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਦੇ ਮਾਤਾ ਤੇ ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਏ ਸੀ, ਆਪਣੇ ਮਾਮਾ ਜੀ ਕੋਲ ਪਲੇ ਤੇ ਇੰਨੀ ਕੁ ਸੂਰਬੀਰਤਾ ਉਹਨਾਂ ਦਿਖਾਈ। ਉਹਨਾਂ ਦੇ ਪਿਤਾ ਜੀ ਸ਼ਹੀਦ ਸਨ ਖਾਲਸਾ ਫੌਜ ਦੇ ਵਿੱਚ ਜਦੋਂ ਮਿਸਲਾਂ ਸੀ ਤੇ ਉਹੀ ਖੂਨ ਦੇ ਵਿੱਚ ਉਹਨਾਂ ਦੀ ਬਹਾਦਰੀ ਸੀ ਤੇ ਉਹੀ ਮਹਾਰਾਜਾ ਰਣਜੀਤ ਸਿੰਘ ਨੇ ਦੇਖੀ ਤੇ ਉਹਨਾਂ ਕਿਹਾ ਵੀ ਤੁਸੀਂ ਫੌਜ 'ਚ ਸ਼ਾਮਲ ਹੋਵੋ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਉਹਦੀ ਬਹਾਦਰੀ ਦੇਖ ਕੇ ਉਹਨੂੰ ਜਥੇਦਾਰੀ ਦਿੱਤੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਵਾਰੀ ਸ਼ੇਰ ਨੇ ਹਮਲਾ ਕੀਤਾ ਤੇ ਹਰੀ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸ਼ੇਰ ਦਾ ਜਬਾੜਾ ਜਿਹੜਾ ਪਾੜ ਦਿੱਤਾ ਸੀ ਤੇ ਉਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਤਖੱਲੁਸ ਦਿੱਤਾ ਨਲੂਆ। ਨਲੂਆ ਜਿਹੜਾ ਸ਼ਬਦ ਹੈ ਇਹ ਰਾਜੇ ਨਲ ਤੋਂ ਆਇਆ। ਜਿਹੜਾ ਰਾਜਾ ਨਲ ਸੀ ਬੜਾ ਬਹਾਦਰ ਸੀ ਤੇ ਉਹਦੀ ਬਹਾਦਰੀ ਕਰਕੇ ਉਹਨੇ ਵੀ ਇੱਕ ਵਾਰੀ ਹੱਥਾਂ ਦੇ ਨਾਲ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ ਤੇ ਇਸ ਕਾਰਨ ਕਰਕੇ ਹਰੀ ਸਿੰਘ ਨੂੰ ਨਾਮ ਤਖੱਲੁਸ ਨਲੂਆ ਦਿੱਤਾ ਗਿਆ ਕਿ ਇਹ ਵੀ ਰਾਜੇ ਨਲ ਵਰਗਾ ਬਹਾਦਰ ਹੈ। ਹਰੀ ਸਿੰਘ ਨਲੂਆ ਇੰਨਾ ਕੁ ਬਹਾਦਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਬੜਾ ਉਹਨਾਂ ਪ੍ਰੇਮ ਕਰਦੇ ਸੀ। ਜਦੋਂ ਦਰਾ ਖੈਬਰ ਜਗ੍ਹਾ, ਜਦੋਂ ਅਸੀਂ ਪਿਸ਼ੌਰ ਦੇ ਨੇੜੇ ਜਾਈਏ ਤੇ ਉੱਥੋਂ ਜਦੋਂ ਅਫਗਾਨਿਸਤਾਨ ਵੱਲ ਨੂੰ ਜਾਓ ਤੇ ਉੱਥੇ ਇੱਕ ਨਿੱਕੀ ਜੀ ਘਾਟੀ ਆ ਜਿਹਦਾ ਨਾਂ ਦਰਾ ਖੈਬਰ। ਉੱਥੋਂ ਜਿੰਨੇ ਵੀ ਇਨਵੇਡਰਸ ਆਉਂਦੇ ਸੀ, ਜਿੰਨੇ ਵੀ ਬਾਹਰੀ ਹਮਲਾਵਰ ਆਉਂਦੇ ਸੀ, ਉਹ ਆ ਕੇ ਹਿੰਦੁਸਤਾਨ ਦੀ ਧਰਤੀ ਨੂੰ ਲੁੱਟਦੇ ਸੀ। ਭਾਵੇਂ ਨਾਦਰ ਸ਼ਾਹ ਉਸੇ ਥਾਂ ਤੋਂ ਲੰਘਦਾ, ਭਾਵੇਂ ਅਹਿਮਦ ਸ਼ਾਹ ਅਬਦਾਲੀ ਲੰਘਦਾ ਆਇਆ, ਉਸ ਤੋਂ ਪਹਿਲਾਂ ਵੀ ਜਦੋਂ ਲੋਧੀ ਆਏ ਉਹ ਵੀ ਉਸੇ ਦਰਾ ਖੈਬਰ ਤੋਂ ਲੰਘ ਕੇ ਆਉਂਦੇ ਸੀ। ਤੇ ਉਸ ਬਹਾਦਰ ਸੂਰਬੀਰ ਯੋਧੇ ਨੇ ਉਸ ਦਰਾ ਖੈਬਰ ਦੇ ਵਿੱਚ ਜਮਰੌਦ ਇਲਾਕੇ ਦੇ ਵਿੱਚ ਇੱਕ ਕਿਲਾ ਬਣਾਇਆ ਜਿਹਦਾ ਨਾਂ ਸੀ ਜਮਰੌਦ ਦਾ ਕਿਲਾ ਰੱਖਿਆ। ਉਹ ਜਮਰੌਦ ਦਾ ਕਿਲਾ ਜਿਹੜਾ ਸੀ ਉਹ ਸਿੱਖੀ ਦੀ ਅਣਖ ਸੀ, ਅਣਖੋ ਗੈਰਤ ਸੀ। ਉਹਨਾਂ ਉਸ ਕਿਲੇ ਦੇ ਵਿੱਚ ਬੈਠ ਕਰਕੇ ਐਲਾਨ ਕੀਤਾ ਕਿ ਇਸ ਥਾਂ ਤੋਂ ਹੁਣ ਕੋਈ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਕਦਮ ਨਹੀਂ ਰੱਖ ਸਕਦਾ। ਇੱਥੋਂ ਤੱਕ ਕਿ ਕਈ ਵਾਰੀ ਪਠਾਨਾਂ ਨੇ ਉੱਥੇ ਹਮਲਾ ਕੀਤਾ, ਪਰ ਹਰੀ ਸਿੰਘ ਨਲੂਏ ਦੇ ਨਾਂ ਤੋਂ ਹੀ ਸੁਣ ਕੇ ਉਹ ਭੱਜ ਜਾਇਆ ਕਰਦੇ ਸੀ। ਜਦੋਂ
ਪਠਾਣੀਆਂ ਜਿਹੜੀਆਂ ਸੀ ਆਪਣੇ ਬੱਚਿਆਂ ਨੂੰ ਇਹ ਗੱਲਾਂ ਕਹਿੰਦੀਆਂ ਸੀ ਕਿ ਨਲੂਆ ਰੰਗ ਲੈ, ਕਿ ਤੂੰ ਸੌਂ ਜਾ, ਨਹੀਂ ਤੇ ਹਰੀ ਸਿੰਘ ਨਲੂਆ ਆ ਜਾਏਗਾ। ਸੋ ਹਰੀ ਸਿੰਘ ਨਲੂਏ ਦੇ ਨਾਂ ਤੋਂ ਡਰਾਉਂਦੇ ਸੀ। ਤੁਸੀਂ ਦੇਖੋ ਜਿਹੜੇ ਪਠਾਨ ਨੇ ਅੱਜ ਦੇ ਸਮੇਂ ਦੇ, ਜਿਹਨੂੰ ਆਪਾਂ ਆਈਸਿਸ ਦੀ ਗੱਲ ਕਰੀਏ ਜਾਂ ਤਾਲਿਬਾਨ ਦੀ ਗੱਲ ਕਰੀਏ, ਦੇ ਆਰ ਪਠਾਨਸ। ਉਹਨਾਂ ਤੋਂ ਸਾਰੀ ਦੁਨੀਆ ਥਰ-ਥਰ ਕੰਬਦੀ ਹੈ, ਪਰ ਜੇ ਉਹ ਕੰਬਦੇ ਸੀ ਤੇ ਉਹ ਹਰੀ ਸਿੰਘ ਨਲੂਏ ਦੇ ਨਾਮ ਤੋਂ ਕੰਬਦੇ ਸੀ। ਇੰਨੀ ਸੂਰਬੀਰਤਾਈ ਉਹਨਾਂ ਯੋਧਿਆਂ ਦੇ ਵਿੱਚ। ਤੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਆਖੇ ਜਮਰੌਦ ਦੇ ਕਿਲ੍ਹੇ 'ਚ ਸੀ। ਉੱਥੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸੀ ਲਾਹੌਰ ਦੇ ਵਿੱਚ, ਤੇ ਸਾਰਾ ਜਿਹੜਾ ਆਲਮਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਉਹਨਾਂ ਦੀ ਫੌਜ, ਉਹਨਾਂ ਦੇ ਅਹਿਲਕਾਰ ਸਾਰੇ ਉਸ ਪਾਸੇ ਗਏ ਹੋਏ ਸੀ। ਤੇ ਇਸ ਪਾਸੇ ਜਾਬਰ ਖਾਨ, ਜਿਹੜਾ ਉਸ ਵੇਲੇ ਦਾ ਜ਼ਬਰਦਸਤ ਖਾਨ ਤੇ ਜ਼ਾਬਰ ਖਾਨ ਉਸ ਵੇਲੇ ਦੇ ਪਠਾਨ ਸਨ, ਤੇ ਉਹਨਾਂ ਨੂੰ ਇਸ ਗੱਲ ਦੀ ਸੂਹ ਮਿਲ ਗਈ। ਉਹਨਾਂ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਤੇ ਗਏ, ਤੇ ਨਾਲ ਹੀ ਹੋਰ ਲੋਕ ਵੀ ਗਏ, ਤੇ ਹੋ ਸਕਦਾ ਹਰੀ ਸਿੰਘ ਨਲੂਆ ਵੀ ਗਿਆ ਹੋਵੇ। ਤੇ ਉਹਨਾਂ ਨੇ ਜਮਰੌਦ ਦੇ ਕਿਲ੍ਹੇ ਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਸੀ ਪਤਾ ਹਰੀ ਸਿੰਘ ਨਲੂਆ ਜਮਰੌਦ ਦੇ ਕਿਲ੍ਹੇ ਵਿੱਚ ਨਹੀਂ ਸੀ, ਤੇ ਨਾਲ ਪਿਸ਼ੌਰ ਦੇ ਇਲਾਕੇ ਵਿੱਚ ਆਪਣੇ ਨਿੱਜ ਸਥਾਨ ਤੇ ਆਰਾਮ ਕਰ ਰਹੇ ਸੀ। ਤਬੀਅਤ ਜੰਗਾਂ ਜੁੱਦਾਂ 'ਚ ਜਾਣ ਕਰਕੇ ਸਖਤ ਬਿਮਾਰ ਸਨ, ਤੇ ਉਥੋਂ ਜ਼ਾਬਰ ਖਾਨ ਤੇ ਜ਼ਬਰਦਸਤ ਖਾਨ ਨੇ ਆ ਕਰਕੇ ਜਮਰੌਦ ਦੇ ਕਿਲ੍ਹੇ ਨੂੰ ਤੋਪਾਂ ਦੇ ਗੋਲੀਆਂ ਨੇ ਮਾਰ-ਮਾਰ ਕੇ ਉਹ ਇੱਕ ਕੰਧ ਦੇ ਵਿੱਚ ਪਾੜ ਪਾ ਦਿੱਤਾ। ਉੱਥੇ ਜਮਰੌਦ ਦੇ ਕਿਲ੍ਹੇ ਦੇ ਜਥੇਦਾਰ ਉਸ ਵੇਲੇ ਭਾਈ ਮਹਾ ਸਿੰਘ ਸਨ। ਭਾਈ ਮਹਾ ਸਿੰਘ ਨੇ ਇਹ ਗੱਲ ਸੋਚੀ ਕਿ ਜੇ ਇਹ ਸਿੱਖੀ ਦੀ ਅਣਖ ਤੇ ਨਾ ਪੈਰ ਢਾ ਦਿੱਤਾ, ਜਮਰੌਦ ਦੇ ਕਿਲ੍ਹੇ ਵਿੱਚ ਜੇ ਪਠਾਨ ਦਾਖਲ ਹੋ ਗਏ, ਤੇ ਇਹ ਸਾਡੇ ਕੌਮ ਨੂੰ ਦਾਗ ਬੜਾ ਵੱਡਾ ਲੱਗੇਗਾ, ਤੇ ਹਰੀ ਸਿੰਘ ਨਲੂਏ ਦੇ ਨਾਮ ਤੇ ਬੜਾ ਵੱਡਾ ਧੱਬਾ ਹੋਵੇਗਾ। ਤੇ ਉਹਨਾਂ ਕਿਸੇ ਤਰੀਕੇ ਰਾਤੋਂ ਰਾਤ ਉਹ ਜਿਹੜਾ ਪਾੜ ਪਾਇਆ ਸੀ, ਸੰਨ ਲਾਈ ਸੀ, ਉਹਨੂੰ ਭੂਰ ਦਿੱਤਾ ਰੇਤਾ ਦੇ ਨਾਲ। ਤੇ ਇੱਥੋਂ ਤੱਕ ਉਹਨਾਂ ਕੀ ਕੋਸ਼ਿਸ਼ ਕੀਤੀ ਵੀ ਅਸੀਂ ਕਿਸੇ ਤਰੀਕੇ ਹਰੀ ਸਿੰਘ ਨਲੂਏ ਤੱਕ ਇਹ ਗੱਲ ਪਹੁੰਚਾ ਦਈਏ। ਜਦੋਂ ਬੀਬੀ ਹਰਸ਼ਰਨ ਕੌਰ ਉਸ ਵੇਲੇ ਭੇਡੂ ਦੇ ਖਲ ਪਾ ਕੇ ਇੱਕ ਚਿੱਠੀ ਲੈ ਕੇ ਹਰੀ ਸਿੰਘ ਨਲੂਏ ਕੋਲ ਜਾਂਦੀ ਹੈ ਸ਼ੌਰ ਦੇ ਵਿੱਚ, ਤੇ ਉੱਥੇ ਹਰੀ ਸਿੰਘ ਨਲੂਆ ਸਖਤ ਬਿਮਾਰ ਨੇ। ਉਹ ਜਾ ਕੇ ਸੇਵਾਦਾਰ ਨੂੰ ਬੇਨਤੀ ਕਰਦੀ, ਮੈਨੂੰ ਮਿਲ ਲੈਣ ਦਿਓ, ਤੇ ਕਹਿੰਦੀ ਨਹੀਂ, ਸਾਨੂੰ ਇਜਾਜ਼ਤ ਨਹੀਂ। ਪਰ ਉਹ ਬੜੀ ਤਰਲੇ ਕਰਦੀ ਹੈ ਤੇ ਉਹਨੂੰ ਹਰੀ ਸਿੰਘ ਨਲੂਏ ਕੋਲ ਜਾਣ ਦਿੱਤਾ ਜਾਂਦਾ। ਜਦੋਂ ਉੱਥੇ ਪਹੁੰਚਦੀ ਹੈ ਤੇ ਉਹ ਚਿੱਠੀ ਦਿੰਦੀ ਹੈ ਮਹਾਂ ਸਿੰਘ ਦੀ ਲਿਖੀ ਹੋਈ ਹਰੀ ਸਿੰਘ ਨਲੂਏ ਨੇ, ਤੇ ਉਹ ਚਿੱਠੀ ਬੜੀ ਕੀਮਤੀ ਆ। ਉਹਨਾਂ ਚਿੱਠੀ ਦੇ ਵਿੱਚ ਲਿਖਿਆ, ਕਹਿੰਦੇ ਉਹ ਸ਼ੇਰੇ ਪੰਜਾਬ ਦੇ ਸੂਰਬੀਰ ਯੋਧੇ, ਕਹਿੰਦੇ ਅੱਜ ਜੇ ਤੂੰ ਸ਼ੇਰੇ ਪੰਜਾਬ ਦੀ ਪੱਗ ਨੂੰ ਬਚਾਉਣਾ ਚਾਹੁੰਦਾ ਤੇ ਤੈਨੂੰ ਅੱਜ ਇੱਥੇ ਆਉਣਾ ਹੀ ਪੈਣਾ। ਉਹਨਾਂ ਕਿਹਾ ਜੇ ਤੂੰ ਸਿੱਖੀ ਦੀ ਅਣਖ ਨੂੰ ਬਚਾਉਣਾ ਚਾਹੁੰਦਾ ਤੇ ਅੱਜ ਤੈਨੂੰ ਇਸ ਸਥਾਨ ਤੇ ਆਉਣਾ ਹੀ ਪੈਣਾ। ਤੇ ਉਸ ਚਿੱਠੀ ਨੂੰ, ਦਰਦ ਭਰੀ ਚਿੱਠੀ ਨੂੰ ਪੜ੍ਹ ਕੇ ਹਰੀ ਸਿੰਘ ਨਲੂਆ, ਜੋ ਕਿ ਸਖਤ ਬਿਮਾਰ ਸਨ, ਪਰ ਉਹਨਾਂ ਉਹਦੀ ਪਰਵਾਹ ਨਹੀਂ ਕੀਤੀ, ਤੇ ਉਹਨਾਂ ਆਪਣੀ ਮਿਆਨ ਦੇ ਵਿੱਚ ਦੇਗ ਪਾਈ ਤੇ ਉਹ ਤੁਰ ਪਏ। ਬੀਬੀ ਹਰਸ਼ਨ ਕੌਰ ਨੂੰ ਨਾਲ ਲਿਆ, ਹੋਰ ਸਿਪਾਹੀ ਜਿਹੜੇ ਸਨ ਉਹਨਾਂ ਨੂੰ ਨਾਲ ਲੈ ਕੇ ਜਮਰੌਦ ਦੇ ਕਿਲ੍ਹੇ ਵੱਲ ਰਵਾਨਾ ਹੋਏ। ਜਦੋਂ ਪਠਾਣਾਂ ਨੂੰ ਸੂਹ ਮਿਲੀ ਕਿ ਹਰੀ ਸਿੰਘ ਨਲੂਆ ਆ ਗਿਆ, ਬਸ ਉਸੇ ਵੇਲੇ ਪਠਾਣਾਂ ਨੇ ਪੈਰ ਪਿਛਾਂਹ ਨੂੰ ਕਰ ਲਏ, ਭੱਜਣ ਲੱਗੇ। ਜਦੋਂ ਭੱਜਣ ਲੱਗੇ ਤੇ ਉਸ ਵੇਲੇ ਭੱਜਦੇ ਹੋਏ ਪਠਾਣਾਂ ਦੇ ਪਿੱਛੇ ਉਸ ਵੇਲੇ ਇੱਕ ਸੂਰਬੀਰ ਯੋਧਾ ਜਿਹੜਾ ਸਿੱਖ, ਉਹ ਉਹਨਾਂ ਦੇ ਪਿੱਛੇ ਗਏ, ਤੇ ਮਹਾਰਾਜਾ ਜਿਹੜੇ ਹਰੀ ਸਿੰਘ ਨਲੂਆ ਸੀ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਪਿੱਛੇ ਗਏ। ਤੇ ਇੱਥੋਂ ਹੀ ਜਦੋਂ ਪਿਸ਼ੌਰ ਵੱਲ ਨੂੰ ਜਾ ਰਹੇ ਸੀ, ਤੇ ਉਹਦੇ ਇੱਕ ਘਾਟੀ ਦੇ ਵਿੱਚ ਉਹਨਾਂ ਗੁਫਾ ਦੇ ਵਿੱਚ ਬੈਠੇ ਲੁਕੇ ਪਠਾਣਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਤੇ 2 ਗੋਲੀਆਂ ਹਰੀ ਸਿੰਘ ਨਲੂਏ ਦੇ ਵੱਜੀਆਂ। ਇੱਕ ਉਹਨਾਂ ਦੀ ਵੱਖੀ ਤੇ ਵੱਜੀ, ਇੱਕ ਘੋੜੇ ਨੂੰ ਵੱਜੀ, ਤੇ 2 ਗੋਲੀਆਂ ਜਿਹੜੀਆਂ ਜ਼ਖਮੀ ਤੌਰ ਤੇ ਹੋ ਗਈ। ਤੇ ਉਹਨਾਂ, ਸਾਡੇ ਇਤਿਹਾਸਕਾਰ ਲਿਖਦੇ, ਕਹਿੰਦੇ ਉਹਨਾਂ ਘੋੜੇ ਨੂੰ ਅਰਦਾਸ ਕੀਤੀ ਵੀ ਕਿਸੇ ਤਰੀਕੇ ਮੈਨੂੰ ਜਮਰੌਦ ਦੇ ਕਿਲ੍ਹੇ 'ਚ ਲੈ ਜਾ। ਖੈਰ ਉਹਨਾਂ ਉੱਥੇ ਨਹੀਂ ਪ੍ਰਾਣ ਤਿਆਗੇ ਤੇ ਜਮਰੌਦ ਦੇ ਕਿਲ੍ਹੇ 'ਚ ਆ ਗਏ। ਬਹੁਤ ਜ਼ਿਆਦਾ ਲਹੂ ਵਹਿਣ ਕਰਕੇ ਸਰੀਰ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ, ਤੇ ਉਹਨਾਂ ਭਾਈ ਮਹਾਂ ਸਿੰਘ ਨੂੰ ਬੁਲਾਇਆ। ਪਠਾਨ ਤੇ ਭੱਜ ਗਏ, ਪਰ ਉਹਨਾਂ ਇੱਕੋ ਗੱਲ ਕਹੀ, ਕਹਿੰਦੇ ਤੁਹਾਨੂੰ 2 ਬਚਨ ਅਸੀਂ ਮੰਗਦੇ ਹਾਂ ਤੁਹਾਡੇ ਤੋਂ। ਪਹਿਲਾ, ਕਹਿੰਦੇ ਜੇ ਪਠਾਣਾਂ ਨੂੰ ਸੂਹ ਮਿਲ ਗਈ ਕਿ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ ਤੇ ਇਹਨਾਂ ਥੋੜੇ ਚਿਰ ਬਾਅਦ ਫੇਰ ਹਮਲਾ ਕਰ ਦੇਣਾ, ਕਹਿੰਦੇ ਤੁਸੀਂ ਮੈਨੂੰ ਜਿਉਂਦਾ ਰੱਖਣਾ, ਉਦੋਂ ਤੱਕ ਜਿਉਂਦਾ ਰੱਖਣਾ ਜਦੋਂ ਤੱਕ
ਮਹਾਰਾਜਾ ਰਣਜੀਤ ਸਿੰਘ ਦੀ ਫੌਜ ਇੱਥੇ ਨਹੀਂ ਆ ਜਾਂਦੀ। ਦੂਜਾ, ਉਹਨਾਂ ਕਿਹਾ ਕਹਿੰਦੇ ਕਿਸੇ ਨੂੰ ਇਸ ਗੱਲ ਦੀ ਖਬਰ ਨਾ ਹੋਵੇ ਕਿ ਹਰੀ ਸਿੰਘ ਨਲੂਆ ਮਰ ਗਿਆ। ਇਹ ਦੋ ਬਚਨ ਉਹਨਾਂ ਕਹੇ। ਦੂਜਾ, ਉਸ ਵੇਲੇ ਉਹਨਾਂ ਨੇ ਹਾਥੀ ਦੇ ਉੱਪਰ ਬਿਠਾ ਕੇ ਹਰੀ ਸਿੰਘ ਨਲੂਏ ਨੂੰ, ਜੋ ਕਿ ਮਰ ਚੁੱਕਾ ਸੀ, ਉਹਨੂੰ ਬਿਠਾ ਕੇ ਕਿਲੇ ਦੇ ਵਿੱਚ ਘੁਮਾਇਆ ਇਸ ਤਰ੍ਹਾਂ ਕਿ ਦੂਰ ਦੇਖਣ ਵਾਲੇ ਪਠਾਣਾਂ ਨੂੰ ਲੱਗੇ ਕਿ ਨਹੀਂ, ਹਰੀ ਸਿੰਘ ਨਲੂਆ ਹਾਥੀ ਤੇ ਬਹਿ ਕੇ ਸੈਰ ਕਰ ਰਿਹਾ। ਸੋ ਇਹ ਉਹਨਾਂ ਬਹਾਦਰ ਸੂਰਬੀਰਾਂ ਦੀ ਆਪਣੀ ਸਮਰੱਥਾ ਸੀ, ਆਪਣਾ ਬਲ ਸੀ, ਆਪਣਾ ਜ਼ੋਰ ਸੀ, ਉਹਨਾਂ ਦੇ ਬੋਲਾਂ ਦੇ ਵਿੱਚ ਸ਼ਕਤੀ ਸੀ। ਤੇ ਉਧਰੋਂ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ, ਤੇ ਉਸ ਵੇਲੇ ਦੇ ਜਿਹੜੇ ਗਦਾਰ ਸਨ, ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਇਹ ਜਿਹੜੇ ਡੋਗਰੇ ਨੇ ਇਹਨਾਂ ਦਾ ਵੀ ਵੱਖਰਾ ਇਤਿਹਾਸ ਹੈ। ਇਹ ਜਿਹੜੇ ਡੋਗਰੇ ਸੀ ਇਹ ਸਿਪਾਹੀ ਭਰਤੀ ਹੋਏ, ਤੇ ਸਿਪਾਹੀ ਭਰਤੀ ਹੋ ਕੇ ਇੰਨੀ ਨਾ ਮਹਾਰਾਜਾ ਰਣਜੀਤ ਸਿੰਘ ਦੀ ਚਾਪਲੂਸੀ ਕੀਤੀ ਕਿ ਹੌਲੀ ਹੌਲੀ ਇਹਨਾਂ ਦੀ ਆਪਣੀ ਫੌਜ, ਇੰਡੀਪੈਂਡੈਂਟ ਫੌਜ, ਗੁਲਾਬ ਸਿੰਘ ਡੋਗਰੇ ਦੇ ਕੋਲ ਆਪਣੀ ਫੌਜ ਸੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਖੜਗ ਸਿੰਘ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਗ ਸਿੰਘ ਨੂੰ ਜਦੋਂ ਵੀ ਇਹਨਾਂ ਨੇ ਕਿਤੇ ਭੇਜਣਾ, ਕਿਸੇ ਵੀ ਮੁਹਿੰਮ ਤੇ ਭੇਜਣਾ, ਤੇ ਜਾਂ ਤੇ ਉਹਨੂੰ ਅਸਲਾ ਮਾੜਾ ਦੇ ਦੇਣਾ, ਜਾਂ ਜਾਂ ਸਿਪਾਹੀ ਚੰਗੇ ਨਾ ਦੇਣੇ, ਜਾਂ ਸੂਹ ਚੰਗੀ ਨਾ ਦੇਣੀ। ਤੇ ਜਦੋਂ ਵੀ ਮਹਾਰਾਜਾ ਖੜਗ ਸਿੰਘ ਕਿਤੇ ਗਏ ਤੇ ਉਹ ਜੰਗ ਹਾਰ ਕੇ ਆਏ, ਤੇ ਇਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਉਹਦੀ ਇਮੇਜ ਬਹੁਤ ਖਰਾਬ ਕਰ ਦਿੱਤੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਸੌਂਦੇ ਸੀ ਤੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੂੰ ਨਾਲ ਲੈ ਕੇ ਸੌਂਦੇ ਸੀ, ਖੜਗ ਸਿੰਘ ਨੂੰ ਨਾਲ ਨਹੀਂ ਸੀ ਲੈ ਕੇ ਸੌਂਦੇ। ਇੰਨੀ ਕੁ ਨਫ਼ਰਤ ਇਹਨਾਂ ਮਹਾਰਾਜਾ ਖੜਗ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ 'ਚ ਪਾ ਦਿੱਤੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ, ਤੇ ਇਹ ਗੱਲ ਧਿਆਨ ਸਿੰਘ ਡੋਗਰੇ ਨੂੰ ਪਤਾ ਸੀ, ਪਰ ਉਹਨਾਂ ਚਿੱਠੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਨਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਗੜਵਾ ਚੁੱਕ ਕੇ ਧਿਆਨ ਸਿੰਘ ਡੋਗਰੇ ਦੇ ਮਾਰਿਆ ਕਿ ਤੂੰ ਜਿਹੜਾ ਇਹ ਗੱਲ ਮੇਰੇ ਤੋਂ ਲੁਕਾ ਕੇ ਰੱਖੀ ਕਿ ਜਮਰੌਦ ਦੇ ਕਿਲੇ ਤੇ ਹਮਲਾ ਹੋਇਆ। ਖੈਰ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਇਹ ਜਿਹੜਾ ਸਦਮਾ ਸੀ ਹਰੀ ਸਿੰਘ ਨਲੂਏ ਦਾ, ਉਹ ਬਰਦਾਸ਼ਤ ਨਾ ਕਰ ਸਕੇ, ਤੇ ਉਹਨਾਂ ਨੂੰ ਏਦਾਂ ਲੱਗਿਆ ਕਿ ਹੁਣ ਜਿਹੜਾ ਸਿੱਖ ਰਾਜ ਦਾ ਥੰਮ ਹੈ ਉਹ ਢਿੱਲਾ ਪੈ ਗਿਆ। ਉਹਨਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਤਬੀਅਤ ਉਸ ਤੋਂ ਬਾਅਦ ਵਿਗੜਦੀ ਗਈ ਤੇ ਉਹਨਾਂ ਨੂੰ ਅਧਰੰਗ ਹੋ ਗਿਆ, ਜਿਹਨੂੰ ਅਸੀਂ ਪੈਰਾਲਿਸਿਸ ਕਹਿੰਦੇ ਹਾਂ। ਅਧਰੰਗ ਤੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਗ੍ਰਸੇ ਗਏ। ਤੇ ਦੂਜੇ ਪਾਸੇ ਖੜਗ ਸਿੰਘ ਹੈ, ਖੜਗ ਸਿੰਘ ਦਾ ਵਿਯੋਗ ਹੈ। ਮਹਾਰਾਜਾ ਰਣਜੀਤ ਸਿੰਘ ਇੱਕੋ ਗੱਲ ਕਹਿੰਦੀ ਹੈ, ਬਈ ਮੈਨੂੰ ਕਿਸੇ ਤਰੀਕੇ ਖੜਗ ਸਿੰਘ ਨੂੰ ਮਿਲ ਲੈਣ ਦਿਓ। ਤੇ ਖੜਗ ਸਿੰਘ ਨੂੰ ਇਹ ਗੱਲ ਕਹਿੰਦੀ ਕਿ ਤੇਰਾ ਪਿਤਾ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ, ਤੈਨੂੰ ਮਿਲਣਾ ਨਹੀਂ ਚਾਹੁੰਦਾ। ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਕਿ ਤੇਰਾ ਪੁੱਤਰ ਤੇਰੇ ਕੋਲ ਆਉਣਾ ਨਹੀਂ ਚਾਹੁੰਦਾ। ਏਦਾਂ ਹੀ ਇਹਨਾਂ ਨੇ ਬੜਾ ਕੁਛ ਆਪਸੀ ਮਤਭੇਦ ਪਾ ਕਰਕੇ ਧਿਆਨ ਸਿੰਘ, ਗੁਲਾਬ ਸਿੰਘ ਡੋਗਰੇ ਨੇ ਬੜਾ ਕੁਛ ਇਹਨਾਂ ਮਾੜਾ ਕੀਤਾ। ਖੈਰ, ਮਹਾਰਾਜਾ ਰਣਜੀਤ ਸਿੰਘ ਜਿਹਦੀ ਇੰਨੀ ਕੁ ਚੜ੍ਹਤ ਸੀ ਕਿ ਰਹਿੰਦੀਆਂ ਸਦੀਆਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ। ਉਹ ਰਾਜ ਜਿੱਥੋਂ ਅੰਗਰੇਜ਼ ਕੰਬਦੇ ਸੀ, ਉਹ ਰਾਜ ਜਿਹਨੂੰ ਦੇਖ ਕੇ ਲੋਕੀ ਕਹਿੰਦੇ ਸੀ ਬਈ ਕਿਸੇ ਤਰੀਕੇ ਅਸੀਂ ਇਸ ਰਾਜ ਦੇ ਵਿੱਚ ਭਾਗੀਦਾਰੀ ਲੈ ਲਈਏ, ਅਸੀਂ ਇੱਥੇ ਆ ਕੇ ਨੌਕਰੀਆਂ ਕਰ ਲਈਏ। ਉਸ ਐਜੂਕੇਸ਼ਨ ਸਿਸਟਮ ਦੀ ਕੋਈ ਉਦਾਹਰਨ ਨਹੀਂ ਮਿਲਦੀ ਸਾਨੂੰ, ਹੁਣ ਤੱਕ ਨਹੀਂ ਮਿਲਦੀ। ਇੰਨੀ ਕੁ ਲਿਟਰੇਸੀ ਰੇਟ ਉਸ ਵੇਲੇ ਸੀਗਾ, ਇੰਨਾ ਕੁ ਲੋਕੀ ਉਸ ਵੇਲੇ ਧਨਾਢ ਸਨ, ਗਰੀਬ ਕੋਈ ਨਹੀਂ ਸੀ, ਕੋਈ ਭੁੱਖਾ ਨੰਗਾ ਨਹੀਂ ਸੀ ਸੌਂਦਾ। ਪਰ ਮਹਾਰਾਜਾ ਰਣਜੀਤ ਸਿੰਘ ਦੀ ਉਸ ਰਾਜ ਦਾ ਅੰਤ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਦੇ ਨਾਲ ਹੀ ਹੋ ਗਿਆ। ਤਕਰੀਬਨ 1849 ਚ ਮਹਾਰਾਜਾ ਰਣਜੀਤ ਸਿੰਘ ਅਧਰੰਗ ਦੀ ਵਿਰੋਧ ਕਰਕੇ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਨੂੰ ਸਦੀਵੀ ਸਮੇਂ ਵਾਸਤੇ ਵਿਛੋੜਾ ਦੇ ਗਏ। ਪਿਆਰਿਓ, ਇੱਥੋਂ ਤੱਕ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦੇ ਆ ਤੇ ਇੱਕ ਕਵੀ ਨੇ ਬਹੁਤ ਪਿਆਰੀ ਕੁਝ ਸ਼ਬਦ ਲਿਖੇ। ਉਹਨਾਂ ਕਿਹਾ, ਕਹਿੰਦੇ ਮੋਇਆ ਸ਼ੇਰ ਪੰਜਾਬ ਦਾ ਜਗ ਪਿਆ ਕਹਾਰਾ। ਕਹਿੰਦੇ ਜਦੋਂ ਪੰਜਾਬ ਦਾ ਸ਼ੇਰ ਮੋਇਆ ਨਾ, ਮਰਿਆ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਏਦਾਂ ਲੱਗਿਆ ਜਿੱਦਾਂ ਸਾਰਾ ਸੰਸਾਰ ਉਹਦੇ ਵਿਜੋਗ ਦੇ ਵਿੱਚ ਰੋਂਦਾ ਪਿਆ। ਕਹਿੰਦੇ ਰੋਏ ਰਾਜੇ ਰਾਣੀਆਂ ਰੁੰਨਾ ਜਗ ਸਾਰਾ।
ਕੇਵਲ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਲੋਕ ਨਹੀਂ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲੇ, ਧਰਮ ਨੂੰ ਪਿਆਰ ਕਰਨ ਵਾਲੇ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਰਾਜੇ ਰਾਣੀਆਂ ਸਨ, ਉਹ ਵੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਪਰ ਰੋਏ। ਕਹਿੰਦੇ ਰੁੰਨੀ ਧਰਤ ਪੰਜਾਬ ਦੀ, ਕਹਿ ਗਏ ਕਹਿ ਹਾਏ ਸਰਦਾਰਾ। ਕਹਿੰਦੇ ਪੰਜਾਬ ਦੀ ਧਰਤੀ ਰੁੰਨੀ ਹੋ ਗਈ। ਰੁੰਨੀ ਉਹ ਹੁੰਦੀ ਜਿਹਦਾ ਖਸਮ ਮਰ ਜਾਏ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਧਰਤੀ ਦਾ ਖਸਮ ਸੀ, ਕਹਿੰਦੇ ਖਸਮ ਮਰ ਗਿਆ, ਹੁਣ ਰੁੰਨੀ ਹੋ ਗਈ। ਕਹਿੰਦੇ ਰੁੰਨੀ ਧਰਤ ਪੰਜਾਬ ਦੀ, ਕਹਿ ਹਾਏ ਸਰਦਾਰਾ। ਕਹਿੰਦੇ ਸੁਨੇ ਮਹਿਲ ਅਟਾਰੀਆਂ, ਛੱਡ ਗਿਆ ਵਣਜਾਰਾ। ਹੁਣ ਮਹਿਲ ਸੁਨੇ ਹੋ ਗਏ। ਤੇ ਸੱਚੀ ਮੁੱਚੀ ਗੱਲ ਪਿਆਰਿਓ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਕਿਵੇਂ ਮਾਰਿਆ, ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਨੌਨਿਹਾਲ ਸਿੰਘ ਕਿਵੇਂ ਮਾਰਿਆ, ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਰਾਣੀ ਚੰਦ ਕੌਰ ਕਿਵੇਂ ਮਾਰੀ, ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਪੁੱਤਰ ਕਿਵੇਂ ਮਾਰੇ, ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਦਲੀਪ ਸਿੰਘ ਅਗਵਾ ਕਰ ਲਿਆ, ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਸਭ ਤੋਂ ਪਿਆਰੀ, ਸਭ ਤੋਂ ਛੋਟੀ ਰਾਣੀ, ਰਾਣੀ ਜਿੰਦ ਕੌਰ, ਉਹ ਕਿਵੇਂ ਤੜਫ ਤੜਫ ਕੇ ਆਪਣੇ ਸਵਾਸ ਤਿਆਗ ਦਿੰਦੀ ਹੈ। ਉਸ ਵੇਲੇ ਦੇ ਬਾਦਸ਼ਾਹ ਜਿਹੜੇ ਨੇ, ਜਿਨ੍ਹਾਂ ਨੂੰ ਰਿਆਸਤਾਂ ਮਿਲੀਆਂ ਸੰਧਾ ਵਾਲੀਏ ਪਰਿਵਾਰ ਦੇ, ਉਹਨਾਂ ਕੀ ਕੀਤਾ, ਮਹਾਰਾਜਾ ਦਲੀਪ ਸਿੰਘ ਦੇ ਨਾਲ ਕੀ ਕੁਝ ਹੋਇਆ, ਇਹ ਸਾਰਾ ਕੁਝ ਸਾਡੇ ਇਤਿਹਾਸ ਦੇ ਵਿੱਚ ਲੁਕਿਆ ਹੋਇਆ, ਜਿਹਨੂੰ ਸਾਨੂੰ ਪੜ੍ਹਨਾ ਚਾਹੀਦਾ। ਤੇ ਉਹਨਾਂ ਬਚਨ ਕਿਹਾ, ਕਹਿੰਦੇ ਡੁੱਬਾ ਸੂਰਜ ਹਿੰਦ ਦਾ, ਟੁੱਟਾ ਜਿੰਦ ਤਾਰਾ। ਕਹਿੰਦੇ ਦੇਖੋ, ਇਹ ਸੂਰਜ ਜਿਹੜੀ ਹਿੰਦ ਦਾ ਚਾਨਣ ਭਰਿਆ ਸੂਰਜ ਸੀ, ਕਹਿੰਦੇ ਅੱਜ ਡੁੱਬ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਉਹਨਾਂ ਕਿਹਾ, ਕਹਿੰਦੇ ਪੱਛਮ ਚਾਨਣ ਹੋ ਗਿਆ, ਪੂਰਬ ਅੰਧਿਆਰਾ। ਕਹਿੰਦੇ ਹੁਣ ਪੱਛਮ ਚਾਨਣ ਹੋ ਗਿਆ। ਇਸ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਹੌਲੀ ਹੌਲੀ ਕਰਕੇ ਪੰਜਾਬ ਦੀ ਧਰਤੀ ਤੇ ਪੈਰ ਪਸਾਰਨੇ ਸ਼ੁਰੂ ਕੀਤੇ, ਤੇ ਉਹਨਾਂ ਵਿੱਚ ਉਹਨਾਂ ਦੀ ਮਦਦ ਕਰਨ ਵਾਲੇ ਧਿਆਨ ਸਿੰਘ, ਗੁਲਾਬ ਸਿੰਘ ਡੋਗਰੇ ਸੀ, ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਤੇ ਸਿੱਖ ਰਾਜ ਇਹਨਾਂ ਦੇ ਹਵਾਲੇ ਕਰ ਦਿੱਤਾ। ਤੇ ਇਸ ਤਰ੍ਹਾਂ ਇਹ ਜਿਹੜਾ ਲਾਸਾਨੀ, ਜਿਹਦਾ ਕੋਈ ਉਦਾਹਰਣ ਨਹੀਂ ਮਿਲਦਾ, ਏਦਾਂ ਦਾ ਜਿਹੜਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ, ਉਹ ਤਕਰੀਬਨ 50 ਕੁ ਸਾਲ ਰਿਹਾ, ਤੇ ਉਸ ਤੋਂ ਬਾਅਦ ਇਹਦਾ ਪਤਨ ਜਿਹੜਾ ਉਹ ਆਰੰਭ ਹੋ ਗਿਆ। ਸੋ ਅੱਜ ਦੇ ਦਿਨ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ, ਉਸ ਰਾਜ ਨੂੰ ਯਾਦ ਕਰ ਰਹੇ ਹਾਂ, ਉਸ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ, ਉਸ ਪ੍ਰੇਮ ਨੂੰ ਯਾਦ ਕਰ ਰਹੇ ਹਾਂ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਪੰਥ ਵਾਸਤੇ ਕੀਤੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਵਿਚਾਰ ਕਰਦੇ ਹਾਂ ਭੁੱਲ ਗਲਤੀ ਹੋ ਗਈ ਹੋਏਗੀ, ਆਪ ਜੀ ਸੰਗਤ ਬਖਸ਼ਣਯੋਗ ਹੈ, ਬਖਸ਼ਦੇ ਆ ਜੀ, ਦਿਓ ਸੀਸ, ਭਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।